वेलकम माय डियर स्टूडेंट्स। आज आप करांगे एरोप्लेन दी सैर। ਉਹ ਵਰਡਸ ਉਹ ਐਕਸਪ੍ਰੈਸ਼ਨਸ ਪੜਾਂਗੇ ਜੋ ਕਿ ਐਰੋਪਲੇਨ ਦੇ ਨਾਲ ਸੰਬੰਧਿਤ ਨੇ। ਆਓ ਸਿੱਖੀਏ ਸਟੂਡੈਂਟਸ। ਸਭ ਤੋਂ ਪਹਿਲਾਂ ਜੇ ਆਪਾਂ ਜਹਾਜ਼ ਤੇ ਚੜਨ ਦੀ ਇੰਗਲਿਸ਼ ਲਿਖਣੀ ਹੋਵੇ ਤਾਂ ਚੜਨ ਦੀ ਇੰਗਲਿਸ਼ ਕੀ ਲਿਖਾਂਗੇ ਆਪਾਂ? ਤਾਂ ਨੋਟ ਕਰ ਲਓ ਸਟੂਡੈਂਟਸ, ਐਰੋਪਲੇਨ ਤੇ ਜੇ ਆਪਾਂ ਚੜਨਾ ਹੈ ਤਾਂ ਚੜਨ ਦੇ ਲਈ ਬੋਰਡ ਵਰਡ ਦਾ ਅਸੀਂ ਸਹਾਰਾ ਲਵਾਂਗੇ, BOARD। ਦਿਸ ਇਜ਼ ਬੋਰਡ। ਨੋਟ ਕਰ ਲਓ, BOARD। ਬੋਰਡ ਮੀਨਸ ਚੜਨਾ। आओ एक सेंटेंस लिखिए आपा, मैं जहाज चढ़ गया तो आपा कहांगे आई बोर्डर्ड, BOARDED। आई बोर्डर्ड द प्लेन। एरोप्लेन नु आपा प्लेन कह देने स्पोकन दे विच। फिर आपा ने लिख लिया था चलो एट 8 o'clock। 8 o'clock मीन्स 8 बजे मैं जहाज चढ़ गया। तब बोल के दिखाओ सेंटेंस, आई बोर्डर्ड द प्लेन एट 8 o'clock। ਹੁਣ ਜੇ ਆਪਾਂ ਜਹਾਜ਼ ਤੋਂ ਉਤਰਨਾ ਹੋਵੇ, ਜਹਾਜ਼ ਤੋਂ ਬਾਹਰ ਆਉਣਾ ਹੋਵੇ ਸਟੂਡੈਂਟਸ, ਅਕਸਰ ਆਪਾਂ ਤਿੰਨ ਵਰਡਸ ਦਾ ਸਹਾਰਾ ਲੈਨੇ ਆ। ਨੰਬਰ 1 ਨੋਟ ਕਰੋ, ਫਸਟ ਇਜ਼ ਡੀਬੋਰਡ, DEBOARD, ਡੀਬੋਰਡ। ਡੀਬੋਰਡ ਮੀਨਸ ਬਾਹਰ ਆਉਣਾ। ਨੰਬਰ 2 ਫਿਰ ਆਪਾਂ ਐਗਜ਼ਾਮਪਲ ਲਵਾਂਗੇ ਸਟੂਡੈਂਟਸ। ਨੰਬਰ 2 ਇਜ਼ ਡੀਪਲੇਨ। ਜੀ ਹਾਂ, ਤੁਸੀਂ ਡੀਪਲੇਨ ਵਰਡ ਕਹਿ ਸਕਦੇ ਹੋ, ਡੀਪਲੇਨ। ਤੇ ਲਾਸਟ ਇਜ਼ ਸਿੰਪਲ ਜਿਹਾ ਹੈ, ਗੈਟ ਆਫ। ਜੀ ਹਾਂ, ਦਿਸ ਇਜ਼ ਗੈਟ ਆਫ। ਗੈਟ ਆਫ ਮੀਨਸ ਬਾਹਰ ਆਉਣਾ। ਕਿਉਂ ਨਾ ਆਪਾਂ ਇੱਕ ਸੈਂਟੈਂਸ ਲਈਏ ਸਟੂਡੈਂਟਸ, ਇੱਥੇ ਆਰਾਮ ਨਾਲ ਦੇਖੀ ਚਲੋ। ਮੈਂ 11 ਵਜੇ ਜਹਾਜ਼ ਚੋਂ ਬਾਹਰ ਆ ਗਿਆ ਤਾਂ ਆਪਾਂ ਇੰਗਲਿਸ਼ ਕੀ ਕਵਾਂਗੇ? I deboarded the plane। I deboarded means ਮੈਂ ਬਾਹਰ ਆ ਗਿਆ। ਸਿੱਧਾ ਨਾਮ ਲਿਖਾਂਗੇ, I deboarded the plane। ਪਲੇਨ ਨੂੰ ਡੀਬੋਰਡ ਕਰਨਾ ਮਤਲਬ ਪਲੇਨ ਦੇ ਵਿੱਚੋਂ ਬਾਹਰ ਆਉਣਾ। I deboarded the plane at 11 o'clock। ਸੋ ਯਾਦ ਰੱਖਣਾ ਸਟੂਡੈਂਟਸ, ਡੀਬੋਰਡ ਮੀਨਸ ਬਾਹਰ ਆਉਣਾ। ਜਾਂ ਤੁਸੀਂ ਸਿੰਪਲੀ ਇਹ ਵੀ ਕਹਿ ਸਕਦੇ ਹੋ, oh I deplaned। ਡੀਪਲੇਨ ਇੱਕ ਵਰਬ ਹੈ, ਸਿੱਧਾ ਇਹਦੇ ਨਾਲ ਸੈਕਿੰਡ ਫਾਰਮ ਯੂਜ਼ ਕਰਤੀ, I deplaned at 11 o'clock। ਮੈਂ 11 ਵਜੇ ਜਹਾਜ਼ ਚੋਂ ਬਾਹਰ ਆ ਗਿਆ। ਤੇ ਜਾਂ ਆਪਾਂ ਕੀ ਕਹਿ ਸਕਦੇ ਹਾਂ ਸਟੂਡੈਂਟਸ? get off। let's have one example। ਮੰਨ ਲਓ ਆਪਾਂ ਕਹਿਣਾ ਹੋਵੇ I got off the plane। I got off the plane। ਮੰਨ ਲਓ ਆਪਾਂ ਕਹਿਣਾ ਹੋਵੇ ਪੈਰਿਸ ਆ ਕੇ ਮੈਂ ਜਹਾਜ਼ ਚੋਂ ਬਾਹਰ ਆ ਗਿਆ ਤਾਂ ਫਿਰ ਆਪਾਂ ਲਿਖ ਦਾਂਗੇ ਇੱਥੇ at Paris। oh I got off the plane at Paris। ਜਹਾਜ਼ ਤੇ ਚੜਨ ਇੰਗਲਿਸ਼ ਕੀ ਕਹੋਗੇ? ਬੋਲ ਕੇ ਦਿਖਾਓ, board। I boarded the plane। ਜਹਾਜ਼ ਚ ਉਤਰਨ ਇੰਗਲਿਸ਼ ਨੰਬਰ 1 deboard, deplane ਅਤੇ get off। ਜਹਾਜ਼ ਤੇ ਚੜਨ ਦੀ ਤੇ ਉਤਰਨ ਦੀ ਇੰਗਲਿਸ਼ ਤਾਂ ਆਪਾਂ ਸਟੂਡੈਂਟਸ ਕਰ ਲਈ। ਜਹਾਜ਼ ਰਾਹੀਂ ਸਫ਼ਰ ਕਰਨ ਦੇ ਲਈ ਅਸੀਂ ਇੰਗਲਿਸ਼ ਸਪੀਕਿੰਗ ਵਿੱਚ ਕੀ ਕੁਝ ਕਹਿ ਸਕਦੇ ਹਾਂ? ਆਓ ਦੇਖੀਏ। ਮੰਨ ਲਓ ਆਪਾਂ ਕਿਸੇ ਨੂੰ ਕਹਿਣਾ ਹੋਵੇ ਮੈਂ ਪੈਰਿਸ ਗਿਆ ਜਹਾਜ਼ ਰਾਹੀਂ। ਇੱਕ ਤਾਂ ਆਪਾਂ ਕਹਾਂਗੇ I went to Paris, I traveled to Paris। ਮੈਂ ਪੈਰਿਸ ਤੱਕ ਯਾਤਰਾ ਕੀਤੀ, ਕਿਵੇਂ? by plane। this is good, ਅੱਛੀ ਗੱਲ ਹੈ। ਮੇਰਾ ਟਾਰਗੇਟ ਅੱਗੇ ਹੈ ਸਟੂਡੈਂਟਸ, I traveled to Paris by plane। ਜਦੋਂ ਤੁਸੀਂ ਜਹਾਜ਼ ਰਾਹੀਂ ਟਰੈਵਲ ਕਰਦੇ ਹੋ ਤਾਂ ਤੁਸੀਂ ਕੰਮ ਕਰੋ, ਤੁਹਾਨੂੰ ਨਾ ਤਾਂ ਇਹ ਟਰੈਵਲ ਸ਼ਬਦ ਕਹਿਣ ਦੀ ਲੋੜ ਹੈ, ਨਾ ਬਾਈ ਪਲੇਨ ਕਹਿਣ ਦੀ ਲੋੜ ਹੈ। ਤੁਸੀਂ ਫਲਾਈ ਵਰਡ ਨੂੰ ਯੂਜ਼ ਕਰੋ ਸਪੋਕਨ ਇੰਗਲਿਸ਼ ਦੇ ਵਿੱਚ। ਠੀਕ ਹੈ, ਫਲਾਈ ਦਾ ਮਤਲਬ ਉੱਡਣਾ ਹੁੰਦਾ ਹੈ, ਪੰਛੀ ਉੱਡਦੇ ਨੇ, ਪਰ ਜਦੋਂ ਆਪਾਂ ਇਹਨੂੰ ਯੂਜ਼ ਕਰਨਾ ਹੋਵੇ ਫਲਾਈ ਨੂੰ ਤਾਂ ਇਹਦਾ ਮਤਲਬ ਹੁੰਦਾ ਹੈ ਜਹਾਜ਼ ਰਾਹੀਂ ਸਫ਼ਰ ਕਰਨਾ। ਫਲਾਈ ਦੀ ਸੈਕਿੰਡ ਫਾਰਮ ਕੀ ਆ ਗਈ ਸਟੂਡੈਂਟਸ? ਫਲੂ। ਤੇ ਥਰਡ ਫਾਰਮ ਇਜ਼ flown, FLOWN। ਤਾਂ ਆਓ ਸੈਂਟੈਂਸ ਬਣਾਈਏ। I traveled to Paris by plane। I can say I simply ਕਹਿ ਦੋ I flew to Paris। so I flew to Paris means ਮੈਂ ਪੈਰਿਸ ਜਹਾਜ਼ ਰਾਹੀਂ ਗਿਆ। next is students, ਐਰੋਪਲੇਨ ਦੇ ਅੰਦਰ ਆਮ ਤੌਰ ਤੇ ਅਸੀਂ ਕਹਿੰਦੇ ਹਾਂ ਦੋ ਕਲਾਸਿਸ ਹੁੰਦੀਆਂ ਨੇ, ਇੱਕ ਇਕਨੋਮੀ ਕਲਾਸ ਤੇ ਦੂਸਰਾ ਬਿਜ਼ਨਸ ਕਲਾਸ। ਬਿਜ਼ਨਸ ਕਲਾਸ
ਐਕਸਪੈਂਸਿਵ ਹੁੰਦੀ ਹੈ, ਮਹਿੰਗੀ ਹੁੰਦੀ ਹੈ। ਸੀਟਸ ਜਿਹੜੀਆਂ ਹੁੰਦੀਆਂ ਨੇ ਬੜੀਆਂ ਕੰਫਰਟੇਬਲ ਹੁੰਦੀਆਂ ਨੇ। ਅੱਛਾ, ਕੰਫਰਟੇਬਲ ਨੂੰ ਯਾਦ ਰੱਖੋ, ਸਪੋਕਨ ਦੇ ਵਿੱਚ ਅਸੀਂ ਕੰਫੀ ਵੀ ਬੋਲਦੇ ਨੇ। ਕੰਫਰਟੇਬਲ ਨੂੰ ਕੀ ਕਹਿ ਦਿੰਦੇ ਆ ਸਟੂਡੈਂਟਸ? ਆਰਾਮਦਾਇਕ ਨੂੰ ਕੰਫੀ। ਮਹਿੰਗੀਆਂ ਹੁੰਦੀਆਂ ਨੇ, ਲੈਗ ਸਪੇਸ ਕਾਫੀ ਹੁੰਦੀ ਹੈ, ਸਰਵਿਸ ਅੱਛੀ ਹੁੰਦੀ ਹੈ। ਇੱਥੇ ਬਿਜ਼ਨਸ ਕਲਾਸ ਮਹਿੰਗੀ ਹੁੰਦੀ ਹੈ ਇਕਨੋਮੀ ਕਲਾਸ ਨਾਲੋਂ। ਮੇਰਾ ਮਤਲਬ ਸਿਰਫ ਇਹ ਦੱਸਣਾ ਨਹੀਂ ਸੀ, ਮੈਂ ਤੁਹਾਨੂੰ ਇੱਥੇ ਇੱਕ ਸਪੋਕਨ ਦੇ ਵਿੱਚ ਇੱਕ ਸੈਂਟੈਂਸ ਬਣਾ ਕੇ ਦਿਖਾਉਣਾ ਹੈ। ਮੰਨ ਲਓ ਆਪਾਂ ਕਹਿਣਾ ਹੋਵੇ ਕਿ ਉਹ ਹਮੇਸ਼ਾ ਇਕਨੋਮੀ ਕਲਾਸ ਦੇ ਵਿੱਚ ਟਰੈਵਲ ਕਰਦਾ ਹੈ, ਤਾਂ ਇੱਕ ਤਾਂ ਆਪਾਂ ਇਹ ਕਵਾਂਗੇ ਹੀ ਆਲਵੇਜ਼ ਟਰੈਵਲਸ। ਦੇਖੀ ਚਲਿਓ ਸਟੂਡੈਂਟਸ, ਬੜੀ ਵਧੀਆ ਗੱਲ ਆਏਗੀ ਸਪੋਕਨ ਇੰਗਲਿਸ਼ ਪੁਆਇੰਟ ਆਫ ਵਿਊ ਤੋਂ। ਹੀ ਆਲਵੇਜ਼ ਟਰੈਵਲਸ ਇਨ, ਚਲੋ ਇੱਥੇ ਦੀ ਲਿਖਤਾ ਇਨ ਦੀ ਇਕਨੋਮੀ ਕਲਾਸ। ਉਹ ਜਿਹੜੀ ਇਕਨੋਮੀ ਕਲਾਸ ਹੁੰਦੀ ਹੈ ਉਹਦੇ ਵਿੱਚ ਟਰੈਵਲ ਕਰਦਾ ਹੈ ਹਮੇਸ਼ਾ। ਹੁਣ ਸਪੋਕਨ ਇੰਗਲਿਸ਼ ਦੇ ਵਿੱਚ ਜੇ ਤੁਸੀਂ ਚਾਹੋ ਤਾਂ ਆ ਟਰੈਵਲ ਵਰਡ ਦੀ ਥਾਂ ਤੇ ਤੁਸੀਂ ਫਲਾਈ ਸ਼ਬਦ ਯੂਜ਼ ਕਰ ਸਕਦੇ ਹੋ। ਨਾ ਤਾਂ ਟਰੈਵਲ ਕਹਿਣ ਦੀ ਲੋੜ ਹੈ, ਨਾ ਇਨ ਕਹਿਣ ਦੀ ਲੋੜ ਹੈ। ਤੁਸੀਂ ਇਹਨੂੰ ਡਾਇਰੈਕਟਲੀ ਕਹਿ ਸਕਦੇ ਹੋ, ਹੀ ਆਲਵੇਜ਼, ਨੋਟ ਕਰੋ ਸਟੂਡੈਂਟਸ, ਹੀ ਆਲਵੇਜ਼ flies economy class ਜਾਂ the economy class। he always flies the economy class। ਆਪਾਂ ਕਹਿਣਾ ਹੋਵੇ ਮੈਂ ਹਮੇਸ਼ਾ ਇਕਨੋਮੀ ਕਲਾਸ ਵਿੱਚ ਸਫ਼ਰ ਕਰਦਾ ਹਾਂ, oh I always travel in economy class ਕਹਿਣ ਦੀ ਬਜਾਏ ਆਪਾਂ ਕਹਿ ਸਕਦੇ ਹਾਂ I always fly economy class। ਤਾਂ ਇੱਥੇ ਇਨ ਕਹਿਣ ਦੀ ਲੋੜ ਨਹੀਂ, ਬਸ ਸਿੱਧਾ ਹੀ ਫਲਾਈ ਦੀ ਇਕਨੋਮੀ ਕਲਾਸ ਦਾ ਮਤਲਬ ਇਕਨੋਮੀ ਕਲਾਸ ਵਿੱਚ ਫਲਾਈ ਕਰਨਾ, ਟਰੈਵਲ ਕਰਨਾ। ਇਸੇ ਤਰ੍ਹਾਂ ਹੀ ਕਹਿ ਸਕਦੇ ਹਾਂ ਆਪਾਂ ਉਹ ਹਮੇਸ਼ਾ ਬਿਜ਼ਨਸ ਕਲਾਸ ਦੇ ਵਿੱਚ ਜਾਂਦਾ ਹੈ, oh he always flies the business class। he always flies business या the business class। next one is check-in counter। students ਜਦੋਂ ਅਸੀਂ 에어ਪੋਰਟ ਜਾਂਦੇ ਹਾਂ ਤਾਂ ਅਸੀਂ ਆ ਬਹੁਤ ਯੂਜ਼ ਕਰਦੇ ਹਾਂ ਵਰਡ ਚੈਕ-ਇਨ, ਤੇ ਜਿੱਥੇ ਅਸੀਂ ਚੈਕ-ਇਨ ਕਰਦੇ ਹਾਂ ਉਸ ਕਾਊਂਟਰ ਨੂੰ ਅਸੀਂ ਕਹਿੰਦੇ ਹਾਂ ਚੈਕ-ਇਨ ਕਾਊਂਟਰ। ਪਰ ਇਹ ਹੁੰਦਾ ਕੀ ਹੈ ਚੈਕ-ਇਨ ਕਾਊਂਟਰ? ਮੈਂ ਸਮਝਾਉਣਾ ਸਟੂਡੈਂਟਸ। ਜਦੋਂ ਅਸੀਂ 에어ਪੋਰਟ ਚਲੇ ਗਏ ਤਾਂ ਹੁਣ ਉੱਥੇ ਅਲੱਗ-ਅਲੱਗ 에ਅਰਲਾਈਨਸ ਦੇ ਕਾਊਂਟਰਸ ਬਣੇ ਹੁੰਦੇ ਨੇ। ਅਸੀਂ ਉੱਥੇ ਜਾ ਕੇ ਚੈਕ-ਇਨ ਕਰਦੇ ਹਾਂ। ਚੈਕ-ਇਨ ਦਾ ਮਤਲਬ ਅਸੀਂ 에ਅਰਲਾਈਨ ਨੂੰ ਦੱਸ ਦਿੰਦੇ ਹਾਂ ਕਿ ਅਸੀਂ ਹੁਣ ਪਹੁੰਚ ਚੁੱਕੇ ਹਾਂ, ਸਾਡਾ ਪਾਸਪੋਰਟ ਦੇਖ ਲਓ, ਸਾਡੀ ਟਿਕਟ ਦੇਖ ਲਓ, ਤੇ ਉਹ ਕੀ ਕਰਦੇ ਨੇ ਤੁਹਾਡਾ ਸਮਾਨ ਵਗੈਰਾ ਜਮ੍ਹਾਂ ਕਰ ਲੈਂਦੇ ਨੇ, ਤੁਹਾਨੂੰ ਬੋਰਡਿੰਗ ਪਾਸ ਦੇ ਦਿੰਦੇ ਨੇ। ਤਾਂ ਉਸ ਕਾਊਂਟਰ ਨੂੰ ਅਸੀਂ ਕੀ ਕਹਿੰਦੇ ਹਾਂ? ਚੈਕ-ਇਨ ਕਾਊਂਟਰ ਕਹਿੰਦੇ ਹਾਂ। ਤੇ ਚੈਕ-ਇਨ ਐਜ਼ ਵਰਬ ਵੀ ਅਸੀਂ ਯੂਜ਼ ਕਰਦੇ ਹਾਂ। ਮੰਨ ਲਓ ਮੈਂ 에ਅਰਪੋਰਟ ਗਿਆ, ਘਰੋਂ ਫੋਨ ਆਇਆ, ਕਿੱਥੇ ਜੇ ਪਹੁੰਚ ਗਿਆ, ਤੇ ਮੈਂ ਕਹਿਣਾ ਹੋਵੇ oh I'm just checking in, ਜਾਂ ਮੈਂ ਕਹਿ ਸਕਦਾ ਹਾਂ oh I have checked in, ਮੈਂ ਚੈਕ-ਇਨ ਕਰਾ ਲਿਆ, ਮੈਂ ਚੈਕ-ਇਨ ਕਰ ਚੁੱਕਾ ਹਾਂ। ਚੈਕ-ਇਨ ਮੀਨਸ ਮੈਂ 에ਅਰਪੋਰਟ ਤੇ ਪਹੁੰਚ ਕੇ ਚੈਕ-ਇਨ ਕਾਊਂਟਰ ਤੇ ਜਾ ਕੇ ਆਪਣਾ ਪਾਸਪੋਰਟ, ਆਪਣੀ ਟਿਕਟ ਦਿਖਾ ਦਿੱਤੀ ਤੇ ਹੁਣ ਮੈਨੂੰ ਬੋਰਡਿੰਗ ਪਾਸ ਮਿਲ ਚੁੱਕਾ ਹੈ, ਮੈਂ ਆਪਣਾ ਸਮਾਨ ਵੀ ਉੱਥੇ ਜਮ੍ਹਾਂ ਕਰਵਾ ਦਿੱਤਾ ਹੈ। ਉਹ ਸਾਰੀ ਚੀਜ਼ ਨੂੰ ਆਪਾਂ ਕੀ ਕਹਿੰਦੇ ਹਾਂ? ਚੈਕ-ਇਨ ਕਰਨਾ। ਸੋ ਯਾਦ ਰੱਖੋ ਇਸ ਕਾਊਂਟਰ ਨੂੰ ਆਪਾਂ ਕੀ ਕਹਿੰਦੇ ਹਾਂ? ਚੈਕ-ਇਨ ਕਾਊਂਟਰ। ਨੈਕਸਟ ਇਜ਼ ਜਦੋਂ ਆਪਾਂ ਚੈਕ-ਇਨ ਕਰਦੇ ਹਾਂ ਕਾਊਂਟਰ ਤੇ ਜਾ ਕੇ ਤਾਂ 에ਅਰਲਾਈਨ ਵਾਲੇ ਸਾਨੂੰ ਕੁਝ ਸਵਾਲ ਪੁੱਛਦੇ ਨੇ ਉੱਥੇ ਸਮਾਂ ਨਾਲ ਰਿਲੇਟਡ। ਆਪਾਂ ਉਹਨਾਂ ਦੀ ਇੰਗਲਿਸ਼ ਕਰਨ ਜਾ ਰਹੇ ਹਾਂ। ਮੰਨ ਲਓ ਉਹਨਾਂ ਨੇ ਪੁੱਛਿਆ is there any fragile thing in your luggage? ਸਾਨੂੰ ਸਮਝ ਨਹੀਂ ਆਇਆ ਤਾਂ ਉਹਨੇ ਪੁੱਛਿਆ is there, ਨੋਟ ਕਰ ਲਓ ਸਟੂਡੈਂਟਸ, ਆਰਾਮ ਨਾਲ ਪੜਾਂਗੇ ਆਪਾਂ। is there any, ਆ ਸ਼ਬਦ ਉਹਨੇ ਬੋਲਿਆ is there any fragile thing, is there any fragile thing in your luggage? ਕੀ ਤੁਹਾਡੇ ਲਗੇਜ ਦੇ ਵਿੱਚ, ਸਾਮਾਨ ਦੇ ਵਿੱਚ ਕੋਈ ਫ੍ਰੈਜਾਈਲ ਚੀਜ਼ ਹੈ? ਫ੍ਰੈਜਾਈਲ ਦਾ ਮਤਲਬ ਹੁੰਦਾ ਹੈ ਈਜ਼ਲੀ ਬ੍ਰੇਕੇਬਲ, ਜੋ ਚੀਜ਼ ਜਲਦੀ ਟੁੱਟ ਜਾਂਦੀ ਹੈ, ਜਿਵੇਂ ਕਿ ਕੋਈ ਕਰੋਕਰੀ ਦੀ ਚੀਜ਼, ਕੋਈ ਵੀ ਚੀਜ਼ ਜਿਹੜੀ ਜਲਦੀ ਟੁੱਟ ਜਾਂਦੀ ਹੈ, ਕੋਈ ਗਲਾਸ ਦੀ, ਕੱਚ ਵਗੈਰਾ ਦੀ ਚੀਜ਼ ਹੋਵੇ, ਉਹਨੂੰ ਆਪਾਂ ਕੀ ਕਹਿ ਦਿੰਦੇ ਹਾਂ? ਫ੍ਰੈਜਾਈਲ। ਤਾਂ ਮੰਨ ਲਓ ਉਹਨਾਂ ਨੇ ਪੁੱਛਿਆ is there any fragile thing in your luggage? ਜੇ ਤੁਹਾਡੇ ਕੋਲ ਹੈ ਕੋਈ ਕੱਚ ਦਾ ਸਮਾਨ, ਕਰੋਕਰੀ ਦਾ ਸਮਾਨ, ਕਈ ਵਾਰ ਕੋਈ ਗਲਾਸਿਸ, ਪਲੇਟਸ, ਕੁਝ ਵੀ ਜਿਹੜੀ ਜਲਦੀ ਟੁੱਟ ਜਾਂਦੀ ਹੈ ਚੀਜ਼, ਤਾਂ ਤੁਸੀਂ ਉਹਨਾਂ ਨੂੰ ਦੱਸ ਸਕਦੇ ਹੋ yes there is one fragile thing or there is no fragile item in this
in this luggage. So note कर लो students, fragile ਦਾ ਮਤਲਬ ਹੁੰਦਾ ਹੈ ਜਲਦੀ ਟੁੱਟਣ ਵਾਲੀ ਚੀਜ਼। ਮੈਂ ਲਿਖ ਵੀ ਦਿੰਦਾ ਹਾਂ, ਜਲਦੀ ਟੁੱਟਣ ਵਾਲੀ ਚੀਜ਼ ਨੂੰ ਆਪਾਂ ਕਹਿ ਦਿੰਦੇ ਹਾਂ fragile thing। ਹੁਣ ਤੁਸੀਂ ਬੋਲ ਕੇ ਦਿਖਾਓ ਮੈਨੂੰ ਕੀ ਹੈ, ਬੋਲੋ ਇਹ this is fragile, fragile, fragile ਤੇ fragile। next is ਤੁਹਾਨੂੰ ਇਹ ਵੀ ਪੁੱਛ ਸਕਦੇ ਨੇ ਕਿ ਤੁਹਾਡੇ ਲਗੇਜ ਦੇ ਵਿੱਚ ਕੋਈ ਫਲੈਮੇਬਲ ਚੀਜ਼ ਤਾਂ ਨਹੀਂ ਜਾਂ ਇਨਫਲੈਮੇਬਲ ਚੀਜ਼ ਤਾਂ ਨਹੀਂ। ਹੁਣ ਫਲੈਮੇਬਲ ਕੀ ਹੁੰਦਾ ਹੈ? ਜਿਹੜੀ ਚੀਜ਼ ਨੂੰ ਜਲਦੀ ਅੱਗ ਲੱਗ ਜਾਂਦੀ ਹੈ ਸਟੂਡੈਂਟਸ, ਜਿਹੜੀ ਚੀਜ਼ ਨੂੰ ਜਲਦੀ ਅੱਗ ਲੱਗ ਜਾਵੇ ਉਸ ਚੀਜ਼ ਨੂੰ ਆਪਾਂ ਕੀ ਕਹਿੰਦੇ ਹਾਂ? ਫਲੈਮੇਬਲ। ਨੋਟ ਕਰ ਲਓ, ਆਪਣੇ ਆਪ ਲਿਖ ਲਓ, ਜਿਸ ਚੀਜ਼ ਨੂੰ ਜਲਦੀ ਅੱਗ ਲੱਗ ਜਾਵੇ ਉਹਨੂੰ ਆਪਾਂ ਕਹਿੰਦੇ ਹਾਂ ਫਲੈਮੇਬਲ ਥਿੰਗ, ਫਲੈਮੇਬਲ ਆਈਟਮ। ਤਾਂ ਮੰਨ ਲਓ ਉਹਨਾਂ ਨੇ ਪੁੱਛਿਆ ਕਿ ਤੁਹਾਡੇ ਲਗੇਜ ਦੇ ਵਿੱਚ ਕੋਈ ਫਲੈਮੇਬਲ ਚੀਜ਼ ਤਾਂ ਨਹੀਂ, ਕੋਈ ਲਾਈਟਰ ਵਗੈਰਾ ਕੁਝ ਹੋਰ ਜਿਹੜਾ ਜਲਦੀ ਅੱਗ ਪਕੜ ਲਵੇ। ਸੋ is there any flammable thing? Is there any flammable item in your luggage? Your answer could be any no या yes। अच्छा ਇੱਥੇ ਇੱਕ ਮਜ਼ੇਦਾਰ ਚੀਜ਼ ਦੱਸਦਾ ਸਟੂਡੈਂਟਸ ਤੁਹਾਨੂੰ, ਫਲੈਮੇਬਲ ਤੇ ਇਨਫਲੈਮੇਬਲ ਕੋਈ ਸ਼ੱਕ ਨਹੀਂ ਦੋ ਵਰਡਸ ਨੇ। ਦੇਖਣ 'ਚ ਇਹ ਲੱਗਦਾ ਹੈ ਕਿ ਫਲੈਮੇਬਲ ਮੀਨਸ ਜਿਹਨੂੰ ਜਲਦੀ ਅੱਗ ਲੱਗ ਜਾਵੇ, ਤੇ ਇਸ ਵਰਡ ਦੇ ਅੱਗੇ ਕੀ ਪੈ ਗਿਆ? ਇਨ। ਅਕਸਰ ਜਦੋਂ ਕਿਸੇ ਸ਼ਬਦ ਦੇ ਅੱਗੇ ਇਨ ਪੈ ਜਾਂਦਾ ਹੈ ਤਾਂ ਉਹਦਾ ਆਪੋਜ਼ਿਟ ਬਣ ਜਾਂਦਾ ਹੈ, ਪਰ ਇਹ ਸ਼ਬਦ ਹੈਰਾਨੀ ਦੀ ਗੱਲ ਹੈ ਇਨ ਲੱਗਣ ਦੇ ਬਾਵਜੂਦ ਵੀ ਇਹਦੇ ਮੀਨਿੰਗ 'ਚ ਤਬਦੀਲੀ ਨਹੀਂ ਆਉਂਦੀ। ਯਾਦ ਰੱਖਣਾ ਸਟੂਡੈਂਟਸ ਤੁਸੀਂ, ਇਨਫਲੈਮੇਬਲ ਦਾ ਮਤਲਬ ਵੀ ਉਹੀ ਹੁੰਦਾ ਹੈ ਜੋ ਫਲੈਮੇਬਲ ਦਾ ਹੁੰਦਾ ਹੈ। ਤੇ ਕੰਪੀਟੀਸ਼ਨਸ ਦੇ ਵਿੱਚ ਵੀ ਬਹੁਤ ਪੁੱਛਿਆ ਜਾਂਦਾ ਹੈ ਕਿ ਇਹਨਾਂ ਦੋਨਾਂ 'ਚ ਫਰਕ ਕੀ ਹੈ। ਦੇयर इज नो डिफरेंस। ਫਲੈਮੇਬਲ ਜਾਂ ਇਨਫਲੈਮੇਬਲ ਮੀਨਸ ਜੋ ਚੀਜ਼ ਨੂੰ ਜਲਦੀ ਅੱਗ ਲੱਗ ਜਾਵੇ। ਮੈਂ ਇੱਥੇ ਥੋੜਾ ਦੱਸ ਦਿੰਦਾ ਹਾਂ, ਜਿਵੇਂ ਕਿ ਸਿੰਸੀਅਰ ਮੀਨਸ ਸਿੰਸੀਅਰ, ਇਹਦਾ ਆਪੋਜ਼ਿਟ ਕੀ ਆ ਗਿਆ? ਇਨਸਿੰਸੀਅਰ। ਦੇਖੋ ਇਨ ਲੱਗਣ ਨਾਲ ਬਦਲ ਗਿਆ, ਇਨਸਿੰਸੀਅਰ ਮੀਨਸ ਨਾਟ ਸਿੰਸੀਅਰ। ਪਰ ਇੱਥੇ ਇਨ ਲੱਗਣ ਨਾਲ ਇੰਗਲਿਸ਼ ਵਾਲੇ ਕਹਿੰਦੇ ਨੇ ਕੋਈ ਫਰਕ ਨਹੀਂ। ਤਾਂ ਆ ਇੱਕ ਅਜਿਹਾ ਸ਼ਬਦ ਹੈ ਜਿੱਥੇ ਇਨ ਲੱਗਣ ਤੋਂ ਬਾਅਦ ਵੀ ਮੀਨਿੰਗ ਸੇਮ ਰਹਿੰਦਾ ਹੈ। ਤਾਂ ਯਾਦ ਰੱਖਿਓ ਤੇ ਹੁਣ ਬੋਲ ਕੇ ਦਿਖਾਓ, ਫਲੈਮੇਬਲ ਤੇ ਇਨਫਲੈਮੇਬਲ। ਨੈਕਸਟ ਵਰਡ ਇਜ਼ ਲਾਉਂਜ। ਲਾਉਂਜ ਦਾ ਮਤਲਬ ਹੁੰਦਾ ਸਟੂਡੈਂਟਸ ਅ ਵੇਟਿੰਗ ਏਰੀਆ। ਆਓ ਆਪਾਂ ਲਿਖ ਲੈਣੇ ਇੱਥੇ। ਸੋ 에ਅਰਪੋਰਟਸ ਦੇ ਉੱਪਰ ਤੁਸੀਂ ਦੇਖੋਗੇ ਲਾਉਂਜ ਹੁੰਦੇ ਨੇ ਸਟੂਡੈਂਟਸ। ਤਾਂ ਇਹ ਸਾਰਿਆਂ ਲਈ ਸੇਮ ਨਹੀਂ ਹੁੰਦੇ। ਕਈ ਵਾਰੀ ਬਿਜ਼ਨਸ ਕਲਾਸ ਲਈ, ਫਸਟ ਕਲਾਸ ਲਈ, ਅਲੱਗ-ਅਲੱਗ ਕਲਾਸਿਸ ਲਈ ਅਲੱਗ-ਅਲੱਗ ਤਰ੍ਹਾਂ ਦੇ ਲਾਉਂਜ ਹੁੰਦੇ ਨੇ, ਜਿੱਥੇ ਤੁਸੀਂ, ਜੇ ਤੁਹਾਡੀ ਫਲਾਈਟ ਦੇ ਵਿੱਚ ਟਾਈਮ ਪਿਆ ਹੈ, ਤੁਸੀਂ ਆਰਾਮ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਉੱਥੇ ਆਰਾਮ ਕਰ ਸਕਦੇ ਹੋ। ਤੇ ਉੱਥੇ ਕੁਝ ਅੱਛੀ ਸਰਵਿਸ ਵੀ ਤੁਹਾਨੂੰ ਮਿਲੇਗੀ ਡਿਪੈਂਡਿੰਗ ਕਿ ਤੁਸੀਂ ਕਿਸ ਤਰ੍ਹਾਂ ਦੀ ਟਿਕਟ ਦੇ ਰਾਹੀਂ ਸਫ਼ਰ ਕਰ ਰਹੇ ਹੋ। ਤਾਂ ਉਹ ਜਿਹੜਾ ਵੇਟਿੰਗ ਏਰੀਆ ਹੁੰਦਾ ਹੈ, ਦੈਟਸ ਕਾਲਡ ਲਾਉਂਜ। ਨੈਕਸਟ ਇਜ਼ ਜਦੋਂ ਆਪਾਂ ਜਹਾਜ਼ ਦੇ ਅੰਦਰ ਚਲੇ ਜਾਂਦੇ ਹਾਂ, ਮਤਲਬ ਵੈਨ ਵੀ ਬੋਰਡ ਦਾ ਪਲੇਨ, ਜਦੋਂ ਆਪਾਂ ਪਲੇਨ ਦੇ ਅੰਦਰ ਚਲੇ ਜਾਂਦੇ ਹਾਂ ਸਟੂਡੈਂਟਸ, ਆਪਾਂ ਆਪਣੀ ਸੀਟ ਤੇ ਜਾ ਕੇ ਬੈਠ ਜਾਂਦੇ ਹਾਂ। ਸਾਡੀ ਸਰਵਿਸ ਲਈ, ਸਾਨੂੰ ਅਟੈਂਡ ਕਰਨ ਲਈ ਉੱਥੇ ਫਲਾਈਟ ਅਟੈਂਡੈਂਟਸ ਹੁੰਦੇ ਨੇ। ਕੀ ਕਿਹਾ ਮੈਂ? ਕੌਣ ਹੁੰਦੇ ਨੇ ਉਹ? ਫਲਾਈਟ ਅਟੈਂਡੈਂਟਸ। ਆਓ ਇੱਥੇ ਲਿਖੀਏ ਤੇ ਕੁਝ ਨਵੇਂ ਸ਼ਬਦ ਹੋਰ ਸਿੱਖੀਏ। ਸਟਾਰਟ ਇੱਥੋਂ ਕਰਦੇ ਆਪਾਂ, ਫਲਾਈਟ ਅਟੈਂਡੈਂਟਸ, ATTENDANTS, ਫਲਾਈਟ ਅਟੈਂਡੈਂਟਸ। ਤਾਂ ਖੁਦ ਬੋਲ ਕੇ ਦਿਖਾਓ ਸਟੂਡੈਂਟਸ, ਕੀ ਕਿਹਾ ਆਪਾਂ ਨੇ? ਫਲਾਈਟ ਅਟੈਂਡੈਂਟਸ। ਓਕੇ, ਤੁਸੀਂ ਫਲਾਈਟ ਅਟੈਂਡੈਂਟਸ ਨੂੰ ਕ੍ਰੂ ਮੈਂਬਰਸ ਬੋਲ ਸਕਦੇ ਹੋ। ਕ੍ਰੂ ਮੈਂਬਰਸ ਕੀ ਬੋਲ ਸਕਦੇ ਹੋ? ਕ੍ਰੂ ਮੈਂਬਰਸ। ਤੁਸੀਂ ਚਾਹੋ ਤਾਂ ਇਹਨਾਂ ਨੂੰ ਕੈਬਿਨ ਕ੍ਰੂ ਬੋਲ ਸਕਦੇ ਹੋ। ਬਹੁਤ ਵਾਰੀ ਨੋਟ ਕਰੋਗੇ ਸਟੂਡੈਂਟਸ, ਪਾਇਲਟ ਬਹੁਤ ਵਾਰੇ ਸ਼ਬਦ ਯੂਜ਼ ਕਰਦੇ ਨੇ। ਉਹ ਕਹੇਗੇ ਕੈਬਿਨ ਕ੍ਰੂ ਨੂੰ ਇਹ ਕਿਹਾ ਜਾਂਦਾ ਹੈ ਕਿ ਕੈਬਿਨ ਕ੍ਰੂ ਇਹ ਕਰੇ, ਉਹ ਕਰੇ, ਕੈਬਿਨ ਕ੍ਰੂ। ਤਾਂ ਇੱਕ ਵਾਰੀ ਤਿੰਨੋਂ ਬੋਲ ਕੇ ਦਿਖਾਓ, ਫਲਾਈਟ ਅਟੈਂਡੈਂਟਸ, ਕ੍ਰੂ ਮੈਂਬਰਸ ਤੇ ਕੈਬਿਨ ਕ੍ਰੂ। ਅੱਛਾ, ਇਹ ਮੇਲ ਵੀ ਹੋ ਸਕਦੇ ਨੇ ਤੇ ਫੀਮੇਲ ਵੀ ਹੋ ਸਕਦੇ ਨੇ ਸਟੂਡੈਂਟਸ। ਤਾਂ ਜਿਹੜੇ ਫੀਮੇਲ ਨੇ ਤੇ ਮੇਲ ਨੇ, ਜਾਂ ਤਾਂ ਕੰਮ ਕਰੋ, ਜੇ ਕੋਈ ਮੇਲ ਹੈ ਤਾਂ ਉਹਨੂੰ ਆਪਾਂ ਕਹਿ ਦਾਂਗੇ ਮੇਲ ਫਲਾਈਟ ਅਟੈਂਡੈਂਟ। ਕਾਫੀ ਟਰਮ ਚੱਲਦੀ ਹੈ, ਮੇਲ ਫਲਾਈਟ ਅਟੈਂਡੈਂਟ, ATTENDANT। ਤੇ ਜੋ ਫੀਮੇਲ ਹੈ ਤਾਂ ਉਹਨੂੰ ਆਪਾਂ ਕਹਿ ਦਾਂਗੇ ਫੀਮੇਲ
flight attendant, female flight attendant, okay? ਇਹ ਵੀ ਹੋ ਗਿਆ। ਜੋ ਫੀਮੇਲ ਫਲਾਈਟ ਅਟੈਂਡੈਂਟ ਹੁੰਦੀ ਹੈ ਸਟੂਡੈਂਟਸ, ਉਹਨੂੰ ਆਪਣੇ ਆਮ ਤੌਰ ਤੇ 에ਅਰ ਹੋਸਟਸ ਬੋਲ ਦਿੰਦੇ ਨੇ। ਇਹ ਵੀ ਠੀਕ ਹੈ, 에ਅਰ ਹੋਸਟਸ, ਦਿਸ ਇਜ਼ 에ਅਰ ਹੋਸਟਸ। ਤੇ ਮੇਲ ਫਲਾਈਟ ਅਟੈਂਡੈਂਟ ਲਈ ਅਸੀਂ ਇੱਕ ਸ਼ਬਦ ਬਹੁਤ ਯੂਜ਼ ਕਰਦੇ ਹਾਂ, ਸਟੂਅਰਡ, STEWARD। ਇਹਨੂੰ ਨੋਟ ਕਰ ਲਓ ਸਟੂਡੈਂਟਸ, ਦਿਸ ਇਜ਼ ਵੈਰੀ ਵੈਰੀ ਇੰਪੋਰਟੈਂਟ। ਮੰਨ ਲਓ ਆਪਾਂ ਕਹਿਣਾ ਹੋਵੇ, oh he is the steward, steward means male flight attendant। ਜੋ ਆਦਮੀ ਹੁੰਦਾ ਹੈ ਉਹਨੂੰ ਅਸੀਂ ਕਹਿੰਦੇ ਹਾਂ ਉੱਥੇ steward। ਤੇ ਇਹਦਾ ਆਪੋਜ਼ਿਟ ਆ ਗਿਆ ਆਪਣੇ ਕੋਲੇ stewardess, STEWARDESS। ਸੋ ਜੇ 에ਅਰ ਹੋਸਟਸ ਦੀ ਬਜਾਏ ਤੁਸੀਂ ਕੁਝ ਹੋਰ ਕਹਿਣਾ ਹੋਵੇ ਵਰਡ, ਤਾਂ ਤੁਸੀਂ ਇਹ ਕਹਿ ਸਕਦੇ ਹੋ, ਇੱਕ ਤਾਂ ਫੀਮੇਲ flight attendant, and next you can say stewardess। मैं फिर बोल रहा हूं स्टूडेंट्स 2-3 बार ताकि याद हो जाए ਤੁਹਾਡੇ। stewardess, 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 oh where is the stewardess, oh she is a stewardess। stewardess, air hostess या female flight attendant। male flight attendant ਲਈ ਬੋਲੋ ਕਿਹੜਾ word ਹੈ, oh steward, okay। ਤੇ ਜਾਂ ਇਕੱਠਾ ਇਹਨਾਂ ਨੂੰ ਕਹਿਣਾ ਹੈ ਤਾਂ ਆਪਾਂ ਸਿੰਪਲੀ ਕਹਿ ਦਿੰਦੇ ਹਾਂ flight attendants। oh there are 10 flight attendants, oh there were 10 crew members, oh cabin crew, okay। ਭੁੱਲਿਓ ਨਾ, ਇੱਕ ਵਾਰੀ ਫਿਰ ਬੋਲ ਦੋ, steward ਤੇ stewardess, stewardess। ਨੈਕਸਟ ਚੱਲਦੇ ਹਾਂ ਸਟੂਡੈਂਟਸ ਅੱਗੇ। ਜਹਾਜ਼ ਜਦੋਂ ਉਡਾਨ ਭਰਦਾ ਉਹਨੂੰ ਆਪਾਂ ਟੇਕ ਆਫ ਕਹਿੰਦੇ ਆ। ਬੋਲੋ ਕਿਹੜਾ ਵਰਡ ਕਹਿੰਦੇ ਆਪਾਂ, ਟੇਕ ਆਫ। ਮੰਨ ਲਓ ਆਪਾਂ ਕਹਿਣਾ ਹੋਵੇ ਕਿ ਪਲੇਨ ਨੇ 8 ਵਜੇ 10 ਵਜੇ ਜਿੰਨੇ ਵਜੇ ਵੀ ਉਡਾਨ ਭਰੀ, ਤਾਂ ਆਪਾਂ ਉਹਦੀ ਇੰਗਲਿਸ਼ ਕੀ ਕਵਾਂਗੇ ਸਟੂਡੈਂਟਸ, the plane took off, the plane took off at 10 o'clock, the plane took off at 10 o'clock। ਤਾਂ ਇਹ verb ਹੈ take off। take off means ਜਹਾਜ਼ ਦਾ ਉਡਾਨ ਭਰਨਾ। ਅੱਛਾ ਇੱਥੇ ਇੱਕ ਚੀਜ਼ ਹੋਰ ਦੱਸਦਾ ਸਟੂਡੈਂਟਸ, ਇਹੀ ਟੇਕ ਆਫ ਜੋ ਹੈ ਤੁਸੀਂ ਇਹਨੂੰ ਐਜ਼ ਨਾਉਨ ਯੂਜ਼ ਕਰ ਸਕਦੇ ਹੋ। ਮੰਨ ਲਓ ਆਪਾਂ ਕਹਿਣਾ ਹੋਵੇ ਕਿ ਜਿਹੜੀ ਟੇਕ ਆਫ ਸੀ ਉਹ ਬੜੀ ਸਮੂਥ ਸੀ, oh the take off the plane was smooth। ਚਲੋ ਇੱਕ ਹੋਰ ਐਗਜ਼ਾਮਪਲ ਕਰ ਲੈਨੇ ਆਪਾਂ। ਮੰਨ ਲਓ ਆਪਾਂ ਕਹਿਣਾ ਹੋਵੇ ਨਾਈਟ ਟੇਕ ਆਫਸ, ਜਿਹੜੀਆਂ ਰਾਤ ਨੂੰ ਉਡਾਨ ਭਰੀਆਂ ਜਾਂਦੀਆਂ ਨੇ, ਉਡਾਨਾਂ ਹੁੰਦੀਆਂ ਨੇ, ਨਾਈਟ ਟੇਕ ਆਫਸ ਆਰ ਡੇਂਜਰਸ, ਖਤਰਨਾਕ ਹੁੰਦੀਆਂ ਨੇ। ਚਲੋ ਇਹ ਲਿਖ ਦਿੱਤਾ ਐਟ ਦਿਸ 에ਅਰਪੋਰਟ। ਇਸ 에ਅਰਪੋਰਟ ਦੇ ਉੱਪਰ ਰਾਤ ਦੀਆਂ ਜਿਹੜੀਆਂ ਉਡਾਨਾਂ ਹੁੰਦੀਆਂ ਨੇ, ਰਾਤ ਨੂੰ ਜਹਾਜ਼ ਚੜ੍ਹਦਾ ਉੱਪਰ, ਉਹ ਖਤਰਨਾਕ ਨੇ। ਸੋ ਟੇਕ ਆਫ ਕੈਨ ਬੀ ਯੂਜ਼ਡ ਐਜ਼ ਅ ਵਰਬ। ਤੇ ਟੇਕ ਆਫ ਆਪਾਂ ਨਾਉਨ ਦੇ ਤੌਰ ਤੇ ਵੀ ਯੂਜ਼ ਕਰ ਸਕਦੇ ਹਾਂ। ਆਪਾਂ ਅਕਸਰ ਕਹਿ ਦਿੰਦੇ ਹਾਂ, oh the takeoff was smooth, oh the takeoff is very scary। scary ਦਾ ਮਤਲਬ ਹੁੰਦਾ ਹੈ ਡਰਾ ਦੇਣ ਵਾਲੀ। ਨੋਟ ਕਰ ਲਓ ਸਟੂਡੈਂਟਸ, SCARY, scary means frightening, ਡਰਾ ਦੇਣ ਵਾਲੀ ਚੀਜ਼। ਜਿਵੇਂ ਆਪਾਂ ਕਹਿੰਦੇ ਨਹੀਂ ਹੁੰਦੇ ਇਹ ਮੂਵੀ ਬੜੀ ਸਕੈਰੀ ਹੈ, ਸੋ the takeoff was scary। ਅੱਛਾ ਇੱਕ ਚੀਜ਼ ਹੋਰ ਦੱਸ ਦੇਵਾਂ, ਟੇਕ ਆਫ ਤਾਂ ਆਪਾਂ ਲਿਖ ਹੀ ਲਿਆ ਸਟੂਡੈਂਟਸ, ਜਹਾਜ਼ ਦਾ ਉਡਾਨ ਭਰਨਾ, ਲੇਕਿਨ ਟੇਕ ਆਫ ਦਾ ਮਤਲਬ ਯਾਦ ਰੱਖਿਓ ਉਤਾਰਨਾ ਵੀ ਹੁੰਦਾ ਹੈ। ਇਹ ਸ਼ਬਦ ਆਪਾਂ ਆਮ ਤੌਰ ਤੇ ਆਪਣੇ ਕੱਪੜਿਆਂ ਦੇ ਨਾਲ ਬਹੁਤ ਯੂਜ਼ ਕਰਦੇ ਹਾਂ। ਮੰਨ ਲਓ ਆਪਾਂ ਕਹਿਣਾ ਹੋਵੇ ਉਹਨੇ ਕੈਪ ਉਤਾਰ ਦਿੱਤੀ, ਤਾਂ ਉਦੋਂ ਵੀ ਆਪਾਂ ਕੀ ਕਵਾਂਗੇ, he took off the cap, he took off his shirt, he took off his socks। so take off the second form took off। ਪਰ ਜੇ ਆਪਾਂ ਕੋਈ ਚੀਜ਼ ਪਹਿਨਣੀ ਹੋਵੇ ਫਿਰ ਦੇਖਣ ਚ ਲੱਗਦਾ ਹੈ ਕਿ ਟੇਕ ਆਫ ਮੀਨਸ ਉਤਾਰਨਾ, ਸ਼ਾਇਦ ਟੇਕ ਔਨ ਦਾ ਮਤਲਬ ਹੋਏਗਾ ਪਹਿਨਣਾ, ਪਰ ਨਹੀਂ। ਯਾਦ ਰੱਖੋ ਪਹਿਨਣ ਦੇ ਲਈ, ਹਾਲਾਂਕਿ ਸਾਡਾ ਅੱਜ ਟੌਪਿਕ 에ਅਰਪੋਰਟ ਹੈ ਜਾਂ ਐਰੋਪਲੇਨਸ ਨੇ, ਪਰ ਇਹ ਨਾਲ ਦੀ ਨਾਲ ਦੱਸ ਦੇਵਾਂ ਚੀਜ਼ ਪੁਟ ਔਨ ਹੁੰਦਾ ਸਟੂਡੈਂਟਸ। ਇਹ ਚੀਜ਼ ਦੱਸਣੀ ਜ਼ਰੂਰੀ ਹੈ। ਪੁਟ ਔਨ ਪਹਿਨਣਾ, ਟੇਕ ਆਫ ਉਤਾਰਨਾ। ਆਪਾਂ ਕਹਿੰਦੇ ਪੁਟ ਔਨ ਦਿਸ ਸ਼ਰਟ, ਇਹ ਸ਼ਰਟ ਪਹਿਨੋ। ਪੁਟ ਔਨ ਮੀਨਸ ਪਹਿਨਣਾ, ਆਪੋਜ਼ਿਟ ਪੁਟ ਆਫ ਨਹੀਂ ਹੁੰਦਾ। ਪੁਟ ਆਫ ਕੁਝ ਹੋਰ ਹੁੰਦਾ, ਉਹ ਵੀ ਚਲੋ ਦੱਸ ਹੀ ਦੇਣਾ। ਪੁਟ ਔਨ ਦਾ ਮਤਲਬ ਕੀ ਹੁੰਦਾ ਸਟੂਡੈਂਟਸ, ਪਹਿਨਣਾ ਹੁੰਦਾ ਹੈ। ਪੁਟ ਔਨ ਮੀਨਸ ਪਹਿਨਣਾ।
लेकिन पुट ऑफ ਦਾ ਮਤਲਬ ਹੁੰਦਾ ਹੈ ਕਿਸੇ ਚੀਜ਼ ਨੂੰ ਮੁਲਤਵੀ ਕਰਨਾ। ਮੁਲਤਵੀ ਕਰਨ ਦਾ ਮਤਲਬ ਹੁੰਦਾ ਹੈ ਉਹਨੂੰ ਅਗਾਂਹ ਪਾ ਦੇਣਾ। ਮੰਨ ਲਓ ਆਪਾਂ ਕਹਿਣਾ ਹੋਵੇ ਕਿ ਅਸੀਂ ਵਿਆਹ ਦੀ ਤਰੀਕ ਨੂੰ ਅਗਾਂਹ ਪਾ ਦਿੱਤਾ ਹੈ, ਜੇ 10 ਤਰੀਕ ਸੀ ਉਹਨੂੰ 15 ਕਰਤੀ। We have put off, put ਦੀ third form ਵੀ put, we have put off the date of marriage, we have put off the date of party, ਪਾਰਟੀ ਦੀ ਡੇਟ ਨੂੰ ਅਸੀਂ ਮੁਲਤਵੀ ਕਰਤਾ। ਸੋ ਯਾਦ ਰੱਖੋ, ਟੇਕ ਆਫ ਜਹਾਜ਼ ਦਾ ਚੜਨਾ, ਟੇਕ ਆਫ ਉਤਾਰਨਾ, ਪਹਿਨਣ ਦੇ ਲਈ ਪੁਟ ਔਨ, ਪੁਟ ਆਫ ਕੀ ਹੈ? ਮੁਲਤਵੀ ਕਰਨਾ। ਸਟੂਡੈਂਟਸ ਅੱਗੇ ਆਪਾਂ ਹੁਣ ਸੀਟ ਬੈਲਟ ਬੰਨਣ ਦੀ ਇੰਗਲਿਸ਼ ਦੀ ਗੱਲ ਕਰਦੇ ਹਾਂ। ਜਦੋਂ ਸੀਟ ਬੈਲਟ ਬੰਨਣ ਦੀ ਇੰਗਲਿਸ਼ ਲਿਖਣੀ ਹੈ ਤਾਂ ਆਪਾਂ ਉਹਦੇ ਲਈ ਫਾਸਨ ਸ਼ਬਦ ਯੂਜ਼ ਕਰਾਂਗੇ, FASTEN। ਇਹਦੇ ਵਿੱਚ ਟੀ ਨੂੰ ਆਪਾਂ ਨਹੀਂ ਬੋਲਦੇ, ਇਹਨੂੰ ਫਾਸਟਨ ਨਹੀਂ ਕਹਿਣਾ। ਮੰਨ ਲਓ ਆਪਾਂ ਕਹਿਣਾ ਹੋਵੇ ਫਲਾਈਟ ਅਟੈਂਡੈਂਟਸ ਨੇ ਕਿਹਾ ਸੀ ਫਾਸਨ ਯੂਅਰ ਸੀਟ ਬੈਲਟਸ। ਸੀਟ ਬੈਲਟ ਨੂੰ ਬੰਨਣ ਦੇ ਲਈ ਅਸੀਂ ਕਿਹੜਾ ਵਰਡ ਯੂਜ਼ ਕਰਾਂਗੇ ਸਟੂਡੈਂਟਸ? ਫਾਸਨ। ਫਾਸਨ ਦੀ ਥਰਡ ਫਾਰਮ fastened। ਆਪਾਂ ਕਹਿਣਾ ਹੋਵੇ ਮੈਂ ਸੀਟ ਬੈਲਟ ਬੰਨ ਲਈ ਸੀ, I had fastened the seat belt। ਆਪਾਂ ਕਿਸੇ ਨੂੰ ਕਹਿਣਾ ਹੋਵੇ ਸੀਟ ਬੈਲਟ ਬੰਨ, fasten your seat belt। ਤੁਸੀਂ ਬੋਲ ਕੇ ਦਿਖਾਓ, fasten your seat belt। ਜਦੋਂ ਸਟੂਡੈਂਟਸ ਜਹਾਜ਼ ਉੱਪਰ ਚਲਾ ਜਾਂਦਾ ਹੈ, 에ਅਰਬੋਰਨ ਹੋ ਜਾਂਦਾ ਹੈ, ਕਈ ਲੋਕਾਂ ਨੂੰ ਘਬਰਾਹਟ ਹੁੰਦੀ ਹੈ, ਡਰ ਲੱਗਦਾ ਹੈ। ਹੁਣ ਆਪਾਂ ਉਹਦੇ ਨਾਲ ਰਿਲੇਟਡ ਕੁਝ ਆਪਾਂ ਵਰਡਸ ਪੜਨ ਜਾ ਰਹੇ ਹਾਂ। ਮੰਨ ਲਓ ਕਿਸੇ ਦਾ ਜੀ ਕੱਚਾ ਹੋ ਰਿਹਾ ਹੈ, ਐਦਾਂ ਲੱਗ ਰਿਹਾ ਕਿ ਉਹਨੂੰ ਉਲਟੀ ਆਏਗੀ, ਤਾਂ ਜੀ ਕੱਚਾ ਹੋਣ ਦੇ ਲਈ ਅਸੀਂ ਆਹ ਐਕਸਪ੍ਰੈਸ਼ਨ ਯੂਜ਼ ਕਰਦੇ ਹਾਂ, ਦਿਸ ਇਜ਼ ਫੀਲ nausea, NAUSEA। ਕਈ ਦੇਸ਼ਾਂ 'ਚ ਇਹਨੂੰ ਅਸੀਂ ਬੋਲਦੇ ਨੇ nausea, and in some countries nausea। so feel nausea means ਜੀ ਕੱਚਾ ਹੋਣਾ, ਐਦਾਂ ਦਾ ਲੱਗਣਾ ਕਿ ਜਿਵੇਂ ਕਿ ਵੋਮਿਟਿੰਗ ਆਏਗੀ। ਸੋ ਇਹਨੂੰ ਨੋਟ ਕਰ ਲਓ। ਮੰਨ ਲਓ ਆਪਾਂ ਕਹਿਣਾ ਹੋਵੇ I was feeling nausea, ਮੈਨੂੰ nausea ਫੀਲ ਹੋ ਰਿਹਾ ਸੀ। ਜਦੋਂ ਕਿਸੇ ਇਨਸਾਨ ਨੂੰ nausea ਫੀਲ ਹੋਵੇ, ਇਟ ਮੀਨਸ ਉਹਦਾ ਜੀ ਕੱਚਾ ਹੋ ਰਿਹਾ ਤੇ ਐਦਾਂ ਲੱਗ ਰਿਹਾ ਕਿ ਉਹਨੂੰ ਉਲਟੀ ਆਏਗੀ। I was feeling nausea। ਜੇ ਪ੍ਰੈਜ਼ੈਂਟ ਕਹਿਣਾ ਹੋਵੇ I am feeling nausea, ਇਟ ਮੀਨਸ ਮੇਰਾ ਜੀ ਕੱਚਾ ਹੋ ਰਿਹਾ ਹੈ, ਲੱਗਦਾ ਹੈ ਕਿ ਮੈਨੂੰ ਉਲਟੀ ਆਏਗੀ। ਓਕੇ, ਸੋ ਫੀਲ nausea ਬੋਲ ਕੇ ਦਿਖਾਓ, ਕੀ ਹੈ ਇਹ? ਬੋਲੋ, ਫੀਲ nausea। ਅੱਛਾ, ਅਗਲੀ ਚੀਜ਼, ਇਹ ਤਾਂ ਜੀ ਕੱਚਾ ਹੋਣ ਦੀ ਇੰਗਲਿਸ਼ ਆ ਗਈ। ਇੱਕ ਹੁੰਦੇ ਚੱਕਰ ਆ ਰਹੇ ਨੇ, ਐਦਾਂ ਲੱਗ ਰਿਹਾ ਕਿ ਡਿੱਗੂਗੇ। ਆਪਾਂ ਆਮ ਪੰਜਾਬੀ ਚ ਕਹਿ ਦਿੰਦੇ ਐਦਾਂ ਲੱਗ ਰਿਹਾ ਮੈਂ ਤਾਂ ਡਿੱਗੂਗਾ ਯਾਰ, ਮੈਨੂੰ ਚੱਕਰ ਆ ਰਹੇ ਨੇ। ਤੇ ਚੱਕਰ ਆਉਣ ਦੇ ਲਈ ਸਟੂਡੈਂਟਸ ਅਕਸਰ ਅਸੀਂ ਦੋ ਐਕਸਪ੍ਰੈਸ਼ਨਸ ਦਾ ਸਹਾਰਾ ਲੈਣੇ ਹੈ। ਨੰਬਰ 1 ਫੀਲ ਗਿਡੀ, GIDDY, ਜਾਂ ਨਾਲੇ ਲਿਖ ਲਓ ਫੀਲ ਡਿਜ਼ੀ, DIZZY। ਇਹ ਨਹੀਂ ਭੁੱਲਣਾ ਹੁਣ ਆਪਾਂ ਨੇ। ਫੀਲ ਗਿਡੀ ਜਾਂ ਫੀਲ ਡਿਜ਼ੀ ਦਾ ਮਤਲਬ ਕੀ ਹੁੰਦਾ ਹੈ? ਚੱਕਰ ਆਉਣਾ। ਇੱਥੇ ਆਪਾਂ ਲਿਖ ਵੀ ਦਿੰਦੇ ਹਾਂ, ਚੱਕਰ ਆਉਣ ਦੀ ਇੰਗਲਿਸ਼ ਕੀ ਆ ਗਈ ਸਟੂਡੈਂਟਸ? ਫੀਲ ਗਿਡੀ ਜਾਂ ਫੀਲ ਡਿਜ਼ੀ। ਆਓ ਇੱਕ ਸੈਂਟੈਂਸ ਲਿਖੀਏ। ਆਪਾਂ ਕਹਿਣਾ ਹੋਵੇ I am feeling giddy, ਸਿੰਪਲੀ ਬਣ ਗਿਆ ਐਮ ਤੋਂ ਬਾਅਦ ING। I am feeling giddy means ਮੈਨੂੰ ਚੱਕਰ ਆ ਰਹੇ ਨੇ। ਓਕੇ, I am feeling giddy, I am feeling giddy, he was feeling giddy, are you feeling giddy? Oh, I was not feeling giddy। ਜਾਂ dizzy, dizzy ਯਾਦ ਕਰਵਾ ਦੇਣਾ ਤੁਹਾਨੂੰ ਮੈਂ, dizzy, 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 I was feeling dizzy। ਨੈਕਸਟ ਸਟੂਡੈਂਟਸ ਡਰ ਦੀ ਇੰਗਲਿਸ਼ ਦੀ ਗੱਲ ਕਰਦੇ ਹਾਂ। ਡਰ ਇੱਕ ਤਾਂ ਹੁੰਦਾ ਫੀਅਰ, ਇੱਕ ਨਾ ਯਾਦ ਰੱਖੋ ਮੈਂ ਇੱਥੇ ਦੋ ਵਰਡਸ ਲਿਖਦਾ ਹਾਂ। ਵਨ ਇਜ਼ ਐਕਰੋਫੋਬੀਆ, PHOBIA। ਨੈਕਸਟ ਇਜ਼ ਐਰੋਫੋਬੀਆ, AEROPHOBIA। ਨੈਕਸਟ ਇਜ਼ ਕਲਾਸਟ੍ਰੋਫੋਬੀਆ। ਇਹ ਆਪਾਂ ਅਲੱਗ ਤੋਂ ਵੀ ਪੜ੍ਹਦੇ ਹਾਂ ਕਲਾਸ ਦੇ ਵਿੱਚ, ਲੇਕਿਨ ਐਰੋਪਲੇਨ ਵਾਲੇ ਫੀਲਡ ਦੇ ਵਿੱਚ ਵੀ ਆ ਗਏ, ਟੌਪਿਕ ਦੇ ਵਿੱਚ ਵੀ ਆ ਗਏ। ਯਾਦ ਰੱਖੋ ਸਟੂਡੈਂਟਸ, ਕਿਸੇ ਵੀ ਸ਼ਬਦ ਦੇ ਪਿੱਛੇ ਫੋਬੀਆ ਲੱਗ ਜਾਵੇ ਤਾਂ ਫੋਬੀਆ ਦਾ ਮਤਲਬ ਹੁੰਦਾ ਡਰ। ਐਰੋਪਲੇਨ ਦੇ ਅੰਦਰ ਕਾਫੀ ਪ੍ਰਕਾਰ ਦੇ ਡਰ ਹੋ ਸਕਦੇ ਨੇ, ਪਰ ਆ ਤਿੰਨ ਤਰ੍ਹਾਂ ਦੇ ਡਰ ਦੇਖੇ ਗਏ ਨੇ। ਨੰਬਰ 1 ਐਕਰੋਫੋਬੀਆ। ਵੈਸੇ ਕਿਸੇ ਵੀ ਸ਼ਬਦ ਅੱਗੇ ਐਕਰੋ ਲੱਗ ਜੇ, ਐਕਰੋ ਦਾ ਮਤਲਬ ਹੁੰਦਾ ਉਚਾਈ ਨਾਲ ਸੰਬੰਧਿਤ। ਜਦੋਂ ਸਾਨੂੰ ਉਚਾਈ ਤੋਂ ਡਰ ਲੱਗਦਾ ਹੈ,
ਚਾਹੇ ਉਹ ਪਹਾੜ ਦੇ ਉੱਪਰ ਹੈ, ਬਿਲਡਿੰਗ ਤੇ ਆਪਾਂ ਖੜੇ ਹਾਂ, ਕਿਤੋਂ ਵੀ ਉਚਾਈ ਤੋਂ ਜਿਹੜਾ ਡਰ ਹੁੰਦਾ ਹੈ, that's called acrophobia. ਸੋ ਬਹੁਤ ਸਾਰੇ ਲੋਕ ਜਦੋਂ ਵਿੰਡੋ ਵਿੱਚ ਨੀਚੇ ਦੇਖਦੇ ਨੇ ਐਰੋਪਲੇਨ ਦੇ ਵਿੱਚ, ਚੱਕਰ ਆਉਣੇ ਸ਼ੁਰੂ ਹੋ ਜਾਂਦੇ ਨੇ, they start feeling giddy. ਉਹਨਾਂ ਨੂੰ ਡਰ ਲੱਗਦਾ। ਉਸ ਤਰ੍ਹਾਂ ਦੇ ਡਰ ਨੂੰ, ਉਚਾਈ ਤੋਂ ਜਿਹੜਾ ਡਰ ਹੁੰਦਾ ਹੈ, ਉਹਨੂੰ ਅਸੀਂ ਐਕਰੋਫੋਬੀਆ ਕਹਿੰਦੇ ਹਾਂ। ਮੰਨ ਲਓ ਆਪਾਂ ਕਹਿਣਾ ਵੇ ਯਾਰ ਮੈਂ ਵਿੰਡੋ ਸੀਟ ਤੇ ਨਹੀਂ ਬੈਠਣਾ, ਕਿਉਂ? ਮੈਨੂੰ ਐਕਰੋਫੋਬੀਆ ਹੈ। ਮੈਨੂੰ ਕਿਹੜਾ ਫੋਬੀਆ ਸਟੂਡੈਂਟਸ? ਐਕਰੋਫੋਬੀਆ। ਮੈਂ ਤਾਂ ਚਲੋ ਮੈਂ ਤਾਂ ਆਇਲ ਸੀਟ ਤੇ ਬੈਠੂੰਗਾ। ਲੈ ਆ ਕਿਹੜੀ ਸੀਟ ਆ ਗਈ ਹੁਣ? ਨੋਟ ਕਰ ਲਓ, AISLE, this is aisle seat। ਇੰਪੋਰਟੈਂਟ ਬੱਚੋ, ਇਹਨੂੰ ਏਜ਼ਲ ਨਹੀਂ ਕਹਿਣਾ। ਇਹ ਕੀ ਹੁੰਦਾ ਹੈ? ਆਇਲ ਸੀਟ। ਆਇਲ ਕੀ ਹੁੰਦਾ ਹੈ? ਆਇਲ ਰਾਸਤਾ ਹੁੰਦਾ ਹੈ। ਸੌਖਾ ਹੈ ਸ਼ਬਦ ਹੈ। ਇੱਧਰ ਵੀ ਸੀਟਸ, ਇੱਧਰ ਵੀ ਸੀਟਸ, ਜਿਹੜਾ ਵਿਚਕਾਰ ਰਾਸਤਾ ਹੁੰਦਾ ਹੈ ਜਿੱਥੇ ਆਪਾਂ ਚੱਲਦੇ ਹਾਂ, 에ਅਰ ਹੋਸਟਸ ਚੱਲਦੇ ਨੇ, ਉਹ ਜਿਹੜਾ ਰਾਸਤਾ ਹੁੰਦਾ ਹੈ ਉਹਨੂੰ ਆਪਾਂ ਆਇਲ ਬੋਲਦੇ ਹਾਂ। ਤੇ ਉਹ ਰਾਸਤੇ ਦੇ ਕਿਨਾਰਿਆਂ ਤੇ ਜਿਹੜੀਆਂ ਸੀਟਸ ਹੁੰਦੀਆਂ ਨੇ ਉਹਨੂੰ ਆਪਾਂ ਕੀ ਕਹਿੰਦੇ ਆ? ਆਇਲ ਸੀਟਸ। ਆਇਲ ਸੀਟਸ ਤੋਂ ਬਾਅਦ ਵਿਚਕਾਰ ਵਾਲੀਆਂ ਸੀਟਸ ਆ ਗਈਆਂ, ਮਿਡਲ ਸੀਟਸ, ਤੇ ਵਿੰਡੋ ਦੇ ਨਾਲ ਕਿਹੜੀ ਆ ਗਈ? ਉਹ ਵਿੰਡੋ ਸੀਟ। ਤਾਂ ਇਹਨੂੰ ਨੋਟ ਕਰ ਲਓ। ਕਈ ਲੋਕੀ ਕਹਿੰਦੇ ਹਨ I want an aisle seat, ਮੈਨੂੰ ਤਾਂ ਆਇਲ ਸੀਟ ਚਾਹੀਦੀ ਹੈ। ਐਕਰੋਫੋਬੀਆ ਤੋਂ ਬਾਅਦ ਵਰਡ ਹੈ ਐਰੋਫੋਬੀਆ। ਨਾਮ ਤੋਂ ਹੀ ਕਲੀਅਰ ਹੈ, ਐਰੋ। ਐਰੋ ਮੀਨਸ ਹਵਾ ਨਾਲ ਸੰਬੰਧਿਤ, ਮਤਲਬ ਬਹੁਤ ਹੱਦ ਤੱਕ ਇਹ ਜੁੜੇ ਹੋਏ ਡਰ ਨੇ। ਐਰੋਫੋਬੀਆ ਮੀਨਸ ਹਵਾ ਵਿੱਚ ਟਰੈਵਲ ਕਰਨ ਤੋਂ ਡਰ। ਕਈ ਲੋਕ ਐਰੋਪਲੇਨ 'ਚ ਬੈਠਦੇ ਨਹੀਂ, ਕਿਉਂ? ਉਹਨਾਂ ਨੂੰ ਐਰੋਫੋਬੀਆ ਹੁੰਦਾ ਹੈ। ਐਰੋਫੋਬੀਆ ਮੀਨਸ ਹਵਾ ਵਿੱਚ ਟਰੈਵਲ ਕਰਨ ਤੋਂ ਜਿਹੜਾ ਡਰ ਹੁੰਦਾ ਹੈ, that's called ਐਰੋਫੋਬੀਆ। ਨੈਕਸਟ ਇਜ਼ ਕਲੌਸਟਰੋਫੋਬੀਆ। ਬੱਚੋ ਕਲੌਸਟਰੋਫੋਬੀਆ ਦਾ ਅਸਲ ਦੇ ਵਿੱਚ ਆਸਾਨ ਭਾਸ਼ਾ 'ਚ ਮੈਂ ਦੱਸ ਦੇਣਾ, ਇਹਦਾ ਮਤਲਬ ਹੁੰਦਾ ਹੈ ਬੰਦ ਚੀਜ਼ਾਂ ਤੋਂ ਡਰ। ਕਈ ਲੋਕਾਂ ਨੂੰ ਕਲੌਸਟਰੋਫੋਬੀਆ ਹੁੰਦਾ ਹੈ ਬੰਦ ਚੀਜ਼ਾਂ ਤੋਂ ਡਰ। ਬੰਦ ਚੀਜ਼ਾਂ ਤੋਂ ਕੀ ਮਤਲਬ ਹੈ? ਫॉर ਐਗਜ਼ਾਮਪਲ, ਜਿੱਥੇ ਅਸੀਂ ਆਪਣੀ ਮਰਜ਼ੀ ਨਾਲ ਬਾਹਰ ਨਹੀਂ ਜਾ ਸਕਦੇ, ਇੱਕ ਤਰ੍ਹਾਂ ਨਾਲ ਐਂ ਲੱਗਦਾ ਕਿ ਅਸੀਂ ਹੁਣ ਕੈਦ ਹੋ ਚੁੱਕੇ ਹਾਂ, ਬੰਦ ਹੋ ਚੁੱਕੇ ਹਾਂ, ਉਸ ਤਰ੍ਹਾਂ ਦੇ ਡਰ ਨੂੰ ਆਪਾਂ ਕਲੌਸਟਰੋਫੋਬੀਆ ਕਹਿੰਦੇ ਆ। ਜਿਵੇਂ ਐਰੋਪਲੇਨ ਹੈ, ਜਦੋਂ ਜਹਾਜ਼ ਟੇਕ ਆਫ ਕਰ ਗਿਆ, ਫਿਰ ਐਦਾਂ ਨਹੀਂ ਹੈ ਕਿ ਅਸੀਂ ਆਪਣੀ ਮਰਜ਼ੀ ਨਾਲ ਜਹਾਜ਼ ਤੋਂ ਬਾਹਰ ਜਾ ਸਕਦੇ ਹਾਂ। ਕਈ ਲੋਕਾਂ ਨੂੰ ਇਹ ਡਰ ਲੱਗਦਾ ਕਿ ਹੁਣ ਮੈਂ ਕੈਦ ਹੋ ਚੁੱਕੇ ਹਾਂ। ਉਹਨਾਂ ਅੰਦਰ ਕੀ ਹੈ? ਕਲੌਸਟਰੋਫੋਬੀਆ। ਦੇ ਹੈਵ ਕਲੌਸਟਰੋਫੋਬੀਆ। ਜਿਵੇਂ ਲਿਫਟ ਦੇ ਵਿੱਚ ਹੁੰਦਾ ਸਟੂਡੈਂਟਸ, ਕਈ ਲੋਕ ਲਿਫਟ ਤੇ ਚੜ੍ਹਦੇ ਨਹੀਂ, ਉਹਨਾਂ ਨੂੰ ਐਦਾਂ ਦਾ ਲੱਗਦਾ ਹੈ ਕਿ ਮੈਂ ਹੁਣ ਬੰਦ ਹੋ ਗਿਆ, ਹੁਣ ਆਪਣੀ ਮਰਜ਼ੀ ਨਾਲ ਇੱਕੋ ਦਮ ਮੈਂ ਬਾਹਰ ਨਹੀਂ ਨਿਕਲ ਸਕਦਾ। ਹਾਲਾਂਕਿ ਲਿਫਟ ਰੋਕ ਸਕਦੇ ਹਾਂ, ਬਟ ਜਿਹੜੀਆਂ ਬੰਦ ਚੀਜ਼ਾਂ ਤੋਂ ਡਰ ਹੁੰਦਾ ਉਹਨੂੰ ਆਪਾਂ ਕੀ ਕਹਿੰਦੇ ਆ? ਕਲੌਸਟਰੋਫੋਬੀਆ। ਸੋ ਤਿੰਨੋਂ ਤਰ੍ਹਾਂ ਦੇ ਬੋਲ ਕੇ ਦਿਖਾਓ। ਨੰਬਰ 1 ਐਕਰੋਫੋਬੀਆ, ਨੰਬਰ 2 ਐਰੋਫੋਬੀਆ, ਨੰਬਰ 3 ਕਲੌਸਟਰੋਫੋਬੀਆ। ਨੈਕਸਟ ਇਜ਼ ਟਰਬੂਲੈਂਸ। ਟਰਬੂਲੈਂਸ ਦਾ ਮਤਲਬ ਹੁੰਦਾ ਹੈ, ਵੈਸੇ ਉਥਲ ਪੁਥਲ ਕਹਿ ਦਿੰਦੇ ਆਪਾਂ। ਜਹਾਜ਼ ਕੀ ਹੁੰਦਾ ਬੱਚੋ? ਕਈ ਵਾਰੀ ਖਰਾਬ ਮੌਸਮ ਦੇ ਕਾਰਨ, ਡਿਊ ਟੂ ਬੈਡ ਵੈਦਰ, ਐਦਾਂ ਲੱਗਦਾ ਕਿ ਜਹਾਜ਼ ਐਂ ਹਿਲਦਾ ਹੁੰਦਾ, ਤਾਂ ਕਈ ਲੋਕ ਘਬਰਾ ਜਾਂਦੇ ਨੇ। ਪਰ ਤੁਸੀਂ ਦੇਖਿਆ ਹੋਏਗਾ ਕਾਕਪਿਟ 'ਚੋਂ ਆਵਾਜ਼ ਆਉਂਦੀ ਹੈ, ਪਾਇਲਟਸ ਕਹਿੰਦੇ ਨੇ ਘਬਰਾਉਣ ਦੀ ਲੋੜ ਨਹੀਂ, ਇਹ ਜਿਹੜੀ ਟਰਬੂਲੈਂਸ ਹੈ ਕੁਝ ਟਾਈਮ ਤੱਕ ਰਹੇਗੀ, ਬਾਅਦ ਵਿੱਚ ਸਾਡੀ ਜਰਨੀ ਸਮੂਥ ਹੋ ਜਾਵੇਗੀ। ਸੋ ਜਿਹੜੀ ਉਹ ਟਰਬੂਲੈਂਸ ਮੀਨਸ ਉਥਲ ਪੁਥਲ, ਜਿਹੜੀ ਜਹਾਜ਼ ਦੀ ਸ਼ੇਕੀ ਮੂਵਮੈਂਟਸ ਹੁੰਦੀਆਂ ਨੇ, ਉਸ ਚੀਜ਼ ਨੂੰ ਆਪਾਂ ਟਰਬੂਲੈਂਸ ਕਹਿੰਦੇ ਆ। ਤਾਂ ਇਹਨੂੰ ਆਪਾਂ ਸੈਂਟੈਂਸ 'ਚ ਇਦਾਂ ਯੂਜ਼ ਕਰ ਸਕਦੇ ਹਾਂ ਕਿ ਯਾਰ ਮੈਨੂੰ ਚੱਕਰ ਆ ਰਹੇ ਸੀਗੇ, ਮੇਰਾ ਜੀ ਘਬਰਾ ਰਿਹਾ ਸੀਗਾ, ਬਿਕਾਜ਼ ਆਫ ਟਰਬੂਲੈਂਸ ਆਫ ਦ ਪਲੇਨ। I was feeling nausea because of, ਦੁਬਾਰਾ ਦੱਸੋ ਕੀ ਕਿਹਾ? I was feeling nausea ਕਾਦੇ ਕਾਰਨ? because of turbulence of the plane। turbulence of the plane, ਜਹਾਜ਼ ਦੀ ਉਥਲ ਪੁਥਲ ਕਰਕੇ ਮੇਰਾ ਜੀ ਘਬਰਾ ਰਿਹਾ ਸੀ। ਇੱਕ ਵਾਰ ਤੁਸੀਂ ਬੋਲ ਕੇ ਦਿਖਾਓ, ਕਿਹੜਾ ਵਰਡ ਹੈ ਸਟੂਡੈਂਟਸ? turbulence means ਉਥਲ ਪੁਥਲ। next one is fuselage। ਇਹਦਾ ਉਚਾਰਨ ਇੰਪੋਰਟੈਂਟ ਹੈ ਸਟੂਡੈਂਟਸ, FUSELAGE। ਇਹਦਾ ਉਚਾਰਨ ਹੈ ਫਿਊਜ਼ਲਾਜ। ਇਹਨੂੰ ਆਪਾਂ ਨੇ ਲਾਜ਼ ਕਹਿਣਾ ਹੈ, ਤੇ ਇੱਥੇ ਆਪਾਂ ਜ਼ ਦੀ ਸਾਊਂਡ ਕੱਢਣੀ ਹੈ, ਫਿਊਜ਼ਲਾਜ। ਕੀ ਕਿਹਾ? ਫਿਊਜ਼ਲਾਜ। ਤਾਂ ਫਿਊਜ਼ਲਾਜ ਕੀ ਹੁੰਦਾ ਸਟੂਡੈਂਟਸ? ਇਹਦਾ ਮਤਲਬ ਹੁੰਦਾ ਹੈ ਮੇਨ ਬੋਡੀ ਆਫ ਐਨ 에ਅਰਕ੍ਰਾਫਟ। ਆਓ ਲਿਖ ਲਈਏ ਇੱਥੇ ਆਪਾਂ ਤਾਂ ਕਿ ਤੁਹਾਨੂੰ ਸਮਝ ਆ ਜਾਵੇ। ਦ ਮੇਨ body of an aircraft। the main body of an aircraft। ਮੈਨੂੰ ਜ਼ਿਆਦਾ ਡਰਾਇੰਗ ਨਹੀਂ ਆਉਂਦੀ, ਪਰ ਮੈਂ ਸਟੂਡੈਂਟਸ ਤੁਹਾਨੂੰ ਦੱਸ ਦੇਣਾ,
ਮੰਨ ਲਓ ਆਪਣੇ ਕੋਲੇ 에ਅਰਕ੍ਰਾਫਟ ਹੈ, ਇਹ ਸਾਡੀ ਕਾਕਪਿਟ ਆ ਗਈ। ਕਾਕਪਿਟ ਮੀਨਸ ਜਿੱਥੇ ਕਿ ਪਾਇਲਟ ਬੈਠਦੇ ਨੇ। ਇਹ ਲੱਗਦਾ ਹੈ ਜਿਵੇਂ ਕਿ ਰਾਕਟ ਬਣ ਗਿਆ। ਚਲੋ ਜੀ, ਇਹ ਸਾਡੇ ਆ ਗਏ ਵਿੰਗਸ, ਇਹ ਸਾਡੇ ਵਿੰਗਸ ਵਗੈਰਾ ਆ ਗਏ। ਤਾਂ ਆਹ ਵਿੰਗਸ ਨੂੰ ਛੱਡ ਕੇ, ਕਾਕਪਿਟ ਨੂੰ ਛੱਡ ਕੇ, ਆਹ ਜਿਹੜੀ ਮੇਨ ਬਾਡੀ ਹੁੰਦੀ ਹੈ ਸਟੂਡੈਂਟਸ, ਜਿੱਥੇ ਪੈਸੇਂਜਰਸ ਬੈਠਦੇ ਨੇ, ਸਾਡਾ ਸਮਾਨ ਪਿਆ ਹੁੰਦਾ ਨੀਚੇ, ਤਾਂ ਉਹ ਜਿਹੜੀ ਮੇਨ ਬਾਡੀ ਹੁੰਦੀ ਹੈ ਇਹਨੂੰ ਆਪਾਂ ਕਹਿੰਦੇ ਹੁੰਦੇ ਆ ਫਿਊਜ਼ਲਾਜ। ਦਿਸ ਇਜ਼ ਕਾਲਡ ਫਿਊਜ਼ਲਾਜ, ਵੈਰੀ ਇੰਪੋਰਟੈਂਟ ਟਰਮ। ਆਪਾਂ ਕਹਿਣਾ ਹੋਵੇ ਯਾਰ ਐਕਸੀਡੈਂਟ ਕਿਉਂ ਹੋਇਆ ਸੀ ਉੱਥੇ, ਕਿਉਂਕਿ ਫਿਊਜ਼ਲਾਜ ਦੇ ਵਿੱਚ ਇੱਕ ਕ੍ਰੈਕ ਆ ਗਿਆ ਸੀ, ਔਰ देयर वाज अ क्रैक इन द फ्यूजलाज। बोल के दिखाओ की क्या है। देयर वाज THERE, देयर वाज अ क्रैक, क्रैक मीन्स क्रैक, थ्रेड बोलते हैं आप छोटी जी। देयर वाज अ क्रैक इन द फ्यूजलाज which caused an accident, which caused an accident. So this is called fuselage. Next is recline. Recline ਅਸੀਂ ਆਮ ਤੌਰ ਤੇ ਸੀਟ ਨਾਲ ਯੂਜ਼ ਕਰਦੇ ਨੇ ਸਟੂਡੈਂਟਸ। ਜਿਵੇਂ ਕਿ ਮੰਨ ਲਓ ਆਪਾਂ ਕਹਿਣਾ ਹੋਵੇ I reclined the seat, मैंने सीट ਨੂੰ recline ਕਰ ਦਿੱਤਾ। ਹੁਣ recline ਦਾ ਮਤਲਬ ਕੀ ਹੈ? recline means ਸੀਟ ਨੂੰ ਪਿੱਛੇ ਕਰ ਦੇਣਾ। ਜਦੋਂ ਲੰਬੀਆਂ ਫਲਾਈਟਸ ਹੁੰਦੀਆਂ ਨੇ ਬੱਚੋ, ਤਾਂ ਆਮ ਤੌਰ ਤੇ ਅਸੀਂ ਜਦੋਂ ਕੁਝ ਆਰਾਮ ਕਰਨਾ ਹੋਵੇ ਤਾਂ ਅਸੀਂ ਸੀਟ ਨੂੰ ਪਿੱਛੇ ਕਰ ਦਿੰਦੇ ਹਾਂ, ਤਾਂ ਉਹਨੂੰ ਰਿਕਲਾਈਨ ਕਰਨਾ ਕਹਿੰਦੇ ਨੇ। ਤਾਂ ਆਪਾਂ ਕਿਸੇ ਨੂੰ ਵੀ ਕਹਿਣਾ ਹੋਵੇ ਚਲ ਤੂੰ ਆਰਾਮ ਕਰ ਲਾ, ਹੁਣ ਥੋੜੀ ਜਿਹੀ ਸੀਟ ਨੂੰ ਪਿੱਛੇ ਕਰ ਲਾ, ਓਕੇ ਰਿਕਲਾਈਨ ਦ ਸੀਟ। ਕੋਈ ਕਵੇ ਮੈਨੂੰ ਤਾਂ ਸੀਟ ਨੂੰ ਰਿਕਲਾਈਨ ਕਰਨਾ ਆਉਂਦਾ ਹੀ ਨਹੀਂ, ਕਿੱਥੋਂ ਰਿਕਲਾਈਨ ਹੋਏਗਾ? ਰਿਕਲਾਈਨ ਮੀਨਸ ਸੀਟ ਨੂੰ ਪਿੱਛੇ ਨੂੰ ਕਰਨਾ। ਤਾਂ ਬੋਲ ਕੇ ਦਿਖਾਓ ਇਹ ਸੈਂਟੈਂਸ ਕੀ ਬਣ ਗਿਆ। I reclined the seat. I reclined the seat. Next word is CAROUSEL. ਇਹਦਾ ਉਚਾਰਨ ਹੈ ਸਟੂਡੈਂਟਸ carousel। ਮੈਂ ਫਿਰ ਬੋਲਦਾ ਹਾਂ carousel, ਮੇਰੇ ਨਾਲ ਬੋਲੋ carousel, carousel। carousel ਨੂੰ ਅਸੀਂ ਕਨਵੇਅਰ ਬੈਲਟ ਵੀ ਕਹਿ ਦਿੰਦੇ ਹਾਂ ਲਗਭਗ। ਜਦੋਂ ਅਸੀਂ ਸਟੂਡੈਂਟਸ ਲੈਂਡ ਕਰ ਜਾਣੇ ਹੈ, ਜਹਾਜ਼ ਤੋਂ ਬਾਹਰ ਆ ਜਾਣੇ ਹੈ, ਤਾਂ ਅਸੀਂ ਆਪਣਾ ਸਮਾਨ ਲੈਣੇ ਆ ਬੈਲਟ ਤੋਂ। ਆਮ ਤੌਰ ਤੇ ਆਪਾਂ ਨੂੰ ਬੈਲਟ ਕਹਿ ਦਿੰਦੇ ਆ। ਟੈਕਨੀਕਲ ਟਰਮਸ ਦੇ ਵਿੱਚ ਜਾਂ ਤੁਹਾਨੂੰ ਕਿਹਾ ਜਾਂਦਾ ਹੈ ਕੈਰੋਸਲ ਜਾਂ ਕਨਵੇਅਰ ਬੈਲਟ ਕਹਿ ਦਿੰਦੇ ਆਪਾਂ। ਸੋ ਤੁਸੀਂ ਦੇਖਿਆ ਹੋਏਗਾ ਜਿਹੜਾ ਸਾਡਾ ਸਮਾਨ ਹੁੰਦਾ ਹੈ ਉਹ ਘੁੰਮਦਾ ਰਹਿੰਦਾ ਹੈ ਬੈਲਟ ਦੇ ਉੱਪਰ, ਤਾਂ ਆਪਾਂ ਉੱਥੇ ਜਾਂਦੇ ਆ, ਆਪਾਂ ਆਪਣਾ ਸਮਾਨ ਨੂੰ ਰੈਕਗਨਾਈਜ਼ ਕਰਕੇ ਦੇਖ ਕੇ ਆਪਾਂ ਪਿਕ ਕਰ ਲੈਣੇ ਆ। ਤਾਂ ਉਹ ਜਿਹੜੀ ਬੈਲਟ ਹੁੰਦੀ ਹੈ ਉਹਨੂੰ ਅਸੀਂ ਕੈਰੋਸਲ ਕਹਿਣਾ। ਅੱਜ ਤੋਂ ਬਾਅਦ ਕੀ ਕਹਿਣਾ ਬੋਲੋ? ਕੈਰੋਸਲ। ਆਪਾਂ ਇੱਕ ਸੈਂਟੈਂਸ ਬਣਾ ਕੇ ਦੇਖ ਲੈਨੇ। ਮੰਨ ਲਓ ਆਪਾਂ ਕਹਿਣਾ ਹੋਵੇ I picked my luggage, मैंने अपना लगेज उठा लिया, सामान उठा लिया from the carousel। from the carousel means उस बेल्ट तो। लेकिन याद रखो carousel आम तौर ते ਅਸੀਂ ਘੁੰਮਣ ਵਾਲੀ ਚੀਜ਼ ਨੂੰ ਵੀ ਕਹਿ ਦਿੰਦੇ ਆ। ਇਹ ਇੱਕ ਪ੍ਰਕਾਰ ਦਾ ਝੂਲਾ ਵੀ ਹੁੰਦਾ ਹੈ। ਕੈਰੋਸਲ ਝੂਲਾ ਵੀ ਕਹਿ ਦਿੰਦੇ ਆ ਸਟੂਡੈਂਟਸ, ਏਦਾਂ ਘੁੰਮਦਾ ਹੈ। ਜਿਵੇਂ ਕਿ ਬੈਲਟ ਤੇ ਵੀ, ਬੈਲਟ ਵੀ ਉਹ ਘੁੰਮਦੀ ਹੈ, ਸਮਾਨ ਏਦਾਂ ਘੁੰਮਦਾ ਰਹਿੰਦਾ ਹੈ, ਤਾਂ ਇਸ ਕਰਕੇ ਉਹਨੂੰ ਕੀ ਕਹਿ ਦਿੰਦੇ ਆਪਾਂ? ਕੈਰੋਸਲ। ਜਾਂ ਹੋਰ ਟਰਮਸ ਦੇ ਵਿੱਚ ਇਹਨੂੰ ਆਪਾਂ ਕਨਵੇਅਰ ਬੈਲਟ ਵੀ ਕਹਿ ਦਿੰਦੇ ਆ। ਤਾਂ ਇਹ ਸੈਂਟੈਂਸ ਬੋਲ ਕੇ ਦਿਖਾਓ। I picked my luggage from the carousel. Next is jet lag. Very common term students. Jet lag ਦਾ ਮਤਲਬ ਹੁੰਦਾ ਹੈ ਬਹੁਤ ਜ਼ਿਆਦਾ ਥਕਾਵਟ। ਕਿਸ ਕਰਕੇ? ਹਵਾਈ ਜਹਾਜ਼ ਦੇ ਵਿੱਚ ਜਦੋਂ ਅਸੀਂ ਲੰਬੇ ਸਮੇਂ ਤੱਕ ਸਫ਼ਰ ਕਰਦੇ ਹਾਂ, ਬਾਹਰ ਆ ਜਾਂਦੇ ਜਹਾਜ਼ ਤੋਂ, ਤਾਂ ਸਾਨੂੰ ਥਕਾਵਟ ਹੋ ਜਾਂਦੀ ਹੈ। ਸਿਰਫ ਹਵਾਈ ਜਹਾਜ਼ ਦੇ ਵਿੱਚ ਸਫ਼ਰ ਕਰਕੇ ਨਹੀਂ, ਸਗੋਂ ਡਿਫਰੈਂਟ ਟਾਈਮ ਜ਼ੋਨਸ ਕਰਕੇ ਵੀ ਸਟੂਡੈਂਟਸ। ਮੰਨ ਲਓ ਅਸੀਂ ਇੱਥੋਂ ਟੋਰਾਂਟੋ ਚਲੇ ਗਏ, ਕੈਨੇਡਾ ਚਲੇ ਗਏ, ਤਾਂ ਇੱਥੇ ਟਾਈਮ ਕੁਝ ਹੋਰ ਹੁੰਦਾ ਹੈ, ਉੱਥੇ ਬਿਲਕੁਲ ਅਸੀਂ ਦੇਖਦੇ ਹਾਂ 12-12 ਘੰਟਿਆਂ ਦਾ ਫਰਕ ਹੈ, ਉੱਥੇ ਟਾਈਮ ਹੋਰ ਹੁੰਦਾ। ਸੋ ਇੱਕ ਤਾਂ ਸਫ਼ਰ ਇੰਨਾ ਜ਼ਿਆਦਾ ਹੋ ਗਿਆ, ਉੱਪਰੋਂ ਦੀ ਟਾਈਮ ਜ਼ੋਨਸ ਦੇ ਵਿੱਚ ਦਿਨ ਰਾਤ ਦਾ ਫਰਕ ਹੋ ਜਾਂਦਾ ਸਟੂਡੈਂਟਸ। ਤਾਂ ਉਹ ਸਾਡੀ ਬਾਡੀ ਦੇ ਵਿੱਚ ਜਿਹੜੀ ਥਕਾਵਟ ਆ ਜਾਂਦੀ ਹੈ ਡਿਫਰੈਂਟ ਟਾਈਮ ਜ਼ੋਨਸ ਕਰਕੇ, ਲੰਬੀ ਫਲਾਈਟ ਕਰਕੇ, ਉਸ ਥਕਾਵਟ ਨੂੰ, ਉਸ ਐਕਸਟ੍ਰੀਮ ਟਾਇਰਡਨੈਸ ਨੂੰ ਅਸੀਂ ਇੰਗਲਿਸ਼ ਦੇ ਵਿੱਚ ਜੈਟ ਲੈਗ ਕਹਿੰਦੇ ਆ। ਮੰਨ ਲਓ ਆਪਾਂ ਕਹਿਣਾ ਹੋਵੇ ਇੱਕ ਸੈਂਟੈਂਸ ਦੇ ਵਿੱਚ
कि आई एम स्टिल फीलिंग जेट लैग, मैं हले भी जेट लैग महसूस कर रहा हाँ। जेट लैग मीनस मतलब बहुत ਜ਼ਿਆਦਾ ਥਕਾਵਟ, ਹਵਾਈ ਜਹਾਜ਼ ਦੇ ਵਿੱਚ ਸਫ਼ਰ ਕਰਕੇ ਜਿਹੜੀ ਹੋ ਜਾਂਦੀ ਹੈ ਉਸ ਨੂੰ ਆਪਾਂ ਇੰਗਲਿਸ਼ ਦੇ ਵਿੱਚ ਕੀ ਕਹਿ ਦਿੰਦੇ ਆ ਸਟੂਡੈਂਟਸ, ਜੈਟ ਲੈਗ। ਅੱਛਾ ਇੱਥੇ ਇੱਕ ਚੀਜ਼ ਹੋਰ ਸਿੱਖਣ ਵਾਲੀ ਹੈ ਸਟੂਡੈਂਟਸ, ਸੋ ਆਈ ਥਿੰਕ ਦਿਸ ਇਜ਼ ਕਲੀਅਰ। ਬੋਲ ਕੇ ਦਿਖਾਓ ਸੈਂਟੈਂਸ, ਓਹ ਇੰਨਾ ਰੈਸਟ ਕਰ ਲਿਆ ਬਟ ਆਈ ਐਮ ਸਟਿਲ ਫੀਲਿੰਗ ਜੈਟ ਲੈਗ। ਓਕੇ, ਜੈਟ ਲੈਗ। ਓਕੇ, ਤੁਸੀਂ ਇਹਨੂੰ ਐਜ਼ ਵਰਬ ਯੂਜ਼ ਕਰ ਸਕਦੇ ਹੋ। ਮੰਨ ਲਓ ਆਪਾਂ ਇੱਕ ਸੈਂਟੈਂਸ ਬਣਾਉਣੇ ਹੈ, he felt too jet lagged। ਜੀ ਹਾਂ, jet lagged ਇੱਕ ਸ਼ਬਦ ਆ ਗਿਆ ਸਾਡੇ ਕੋਲੇ ਨਵਾਂ। he felt too jet lagged after a long flight। ਇੱਕ ਲੰਬੀ ਫਲਾਈਟ ਤੋਂ ਬਾਅਦ ਉਹਨੂੰ ਜੈਟ ਲੈਗ ਹੋ ਗਿਆ। ਸੋ ਜਾਂ ਤਾਂ ਆਪਾਂ ਕਵਾਂਗੇ ਹੀ ਫੈਲਟ ਜੈਟ ਲੈਗ, ਜਾਂ ਉਹਨੇ ਆਪਣੇ ਆਪ ਨੂੰ ਜੈਟ ਲੈਗਡ ਮਹਿਸੂਸ ਕੀਤਾ। ਯਾਦ ਰੱਖੋ ਜੈਟ ਲੈਗਡ ਇਨਸਾਨ ਹੋ ਜਾਂਦਾ ਹੈ, ਜੈਟ ਲੈਗ ਥਕਾਵਟ ਹੈ। ਜਿਹੜਾ ਇਨਸਾਨ ਥੱਕਿਆ ਹੋਇਆ ਹੈ, ਉਹ ਚ ਸਫ਼ਰ ਕਾਰਨ ਥਕਾਵਟ ਆ ਚੁੱਕੀ ਹੈ, ਉਸ ਇਨਸਾਨ ਨੂੰ ਅਸੀਂ ਕੀ ਕਹਿ ਦਿੰਦੇ ਆ, ਜੈਟ ਲੈਗਡ। ਜਿਵੇਂ ਕਿ ਮੰਨ ਲਓ ਆਪਾਂ ਕਹਿਣਾ ਵੇ I am means मैं हाँ, I am still jet lagged। I am still, बोल के दिखाओ मेरे मगर, I am still jet lagged। ओके, सो दोनों च फर्क है, जेट लैग थकावट ते जेट लैग्ड थक्या होया। ਇਹ ਉਹੀ ਫਰਕ ਹੈ ਜਿਹੜਾ ਟਾਇਰਡ ਤੇ ਟਾਇਰਡਨੈਸ ਦੇ ਵਿੱਚ ਹੁੰਦਾ ਹੈ। ਟਾਇਰਡ ਮੀਨਸ ਥੱਕਿਆ ਹੋਇਆ, ਇਹ ਇਨਸਾਨ ਹੁੰਦਾ ਹੈ। ਤਾਂ ਇੱਥੇ ਉਹਦੇ ਬਰਾਬਰ ਆਪਾਂ ਕਹਿ ਸਕਦੇ ਹਾਂ ਵਰਡ ਜੈਟ ਲੈਗਡ, ਜਿਹੜਾ ਬੰਦਾ ਥੱਕਿਆ ਹੋਇਆ। ਤੇ ਜਿਹੜੀ ਥਕਾਵਟ ਹੁੰਦੀ ਹੈ, ਥਕਾਵਟ, ਉਹਨੂੰ ਆਪਾਂ ਕਹਿੰਦੇ ਹਾਂ ਟਾਇਰਡਨੈਸ। ਤੇ ਉਹਦੇ ਇੱਥੇ ਪੈਰਲਲ ਆਪਾਂ ਰੱਖ ਦਿੱਤਾ ਵਰਡ ਜੈਟ ਲੈਗ। ਮੈਨੂੰ ਥਕਾਵਟ ਹੋ ਰਹੀ ਹੈ, ਆਈ ਐਮ ਫੀਲਿੰਗ ਜੈਟ ਲੈਗ। ਤੇ ਮੈਂ ਥੱਕ ਚੁੱਕਿਆ ਹਾਂ ਲੰਬੀ ਫਲਾਈਟ ਕਾਰਨ, ਓਹ ਆਈ ਐਮ ਜੈਟ ਲੈਗਡ, ਆਈ ਐਮ ਜੈਟ ਲੈਗਡ। ਵਧਦੇ ਹਾਂ ਸਟੂਡੈਂਟਸ ਆਪਣੀ ਅੱਜ ਦੀ ਸਟਰਕਚਰ ਵੱਲ। ਆਪਾਂ ਸਪੋਕਨ ਦੇ ਵਿੱਚ ਅਕਸਰ ਕਹਿੰਦੇ ਹਾਂ ਕਿ ਆਹ ਕੰਮ ਕਰਨ ਦਾ ਕੋਈ ਫਾਇਦਾ ਨਹੀਂ ਹੈ। ਇਹਦੀ ਇੰਗਲਿਸ਼ ਕਈ ਮੈਥਡਸ ਨਾਲ ਬਣ ਸਕਦੀ ਹੈ, ਪਰ ਇੱਥੇ ਆਪਾਂ ਇੱਕ ਬੜੀ ਵਧੀਆ ਸਟਰਕਚਰ ਸਿੱਖਾਂਗੇ। ਮੰਨ ਲਓ ਆਪਾਂ ਕਹਿਣਾ ਹੋਵੇ ਉਹਨੂੰ ਝਿੜਕਣ ਦਾ ਕੋਈ ਫਾਇਦਾ ਨਹੀਂ। ਦੇਖੋ ਕੋਈ ਫਾਇਦਾ ਨਹੀਂ ਦੀ ਇੰਗਲਿਸ਼ ਤੁਸੀਂ ਈਜ਼ੀਲੀ ਬਣਾ ਦੋਗੇ। ਜਿਵੇਂ ਕਿ ਤੁਸੀਂ ਕਹਿ ਸਕਦੇ ਹੋ, ਹਾਲੇ ਲਿਖਣ ਦੀ ਲੋੜ ਨਹੀਂ, there is no benefit of, ਠੀਕ ਹੈ, ਮੈਨੂੰ ਬੋਲ ਕੇ ਦਿਖਾਓ, there is no benefit of ਤੋਂ ਬਾਅਦ ਅੱਗੇ ਕੁਝ ਵੀ ਆਪਾਂ ਲਿਖ ਦੇਵਾਂਗੇ। ਜੇ ਆਪਾਂ ਕਹਿ ਦਾਂਗੇ there is no use of, ਉਹਨੂੰ ਬੁਲਾਉਣ ਦਾ ਕੋਈ ਫਾਇਦਾ ਨਹੀਂ। there is no benefit of talking to him, there is no use of talking to him। there is no use of, there is no benefit of ਨਾਲ ਆਪਾਂ ਆਸਾਨੀ ਨਾਲ ਬਣਾ ਦੇਵਾਂਗੇ। ਓਕੇ, ਪਰ ਮੈਂ ਤੁਹਾਨੂੰ ਇੱਥੇ ਇੱਕ ਸਟਰਕਚਰ ਦੱਸਣ ਜਾ ਰਿਹਾ ਸਟੂਡੈਂਟਸ। ਜਦੋਂ ਆਪਾਂ ਕਹਿਣਾ ਵੇ ਇਹ ਕੰਮ ਕਰਨ ਦਾ ਕੋਈ ਫਾਇਦਾ ਨਹੀਂ, ਤਾਂ ਤੁਸੀਂ ਉਹਨੂੰ ਸਿੱਧਾ ਆ ਐਕਸਪ੍ਰੈਸ਼ਨ ਦੇ ਨਾਲ ਬਣਾ ਸਕਦੇ ਹੋ। ਲਿਖੋ ਇਟਸ ਮੀਨਸ ਇਟ ਇਜ਼ ਦੀ ਸ਼ਾਰਟ ਫਾਰਮ ਹੈ, ਇਟਸ ਨੋ ਯੂਜ਼। ਤੁਸੀਂ ਕਹੋਗੇ ਸਿੰਪਲ ਤਾਂ ਹੈ, ਹਾਂ ਸਿੰਪਲ ਹੈ, ਲੇਕਿਨ ਇੱਥੇ ਵਧੀਆ ਚੀਜ਼ ਮੈਂ ਦੱਸਦਾ। ਆਪਾਂ ਅਕਸਰ ਆਫ ਨਾਲ ਬਣਾਉਣੇ ਹੈ, there is no use of, there is no benefit of, ਹੈ ਨਾ। ਪਰ ਇਹ ਸਟਰਕਚਰ ਦੀ ਖਾਸੀਅਤ ਇਹ ਹੈ, ਤੁਹਾਨੂੰ ਆਫ ਕਹਿਣ ਦੀ ਲੋੜ ਨਹੀਂ। ਤੁਸੀਂ ਇਟਸ ਨੋ ਯੂਜ਼ ਕਹਿ ਕੇ ਸਿੱਧੀ ਵਰਬ ਦੀ ਫਸਟ ਫਾਰਮ ਨਾਲ ਆਈਐਨਜੀ ਪਾ ਸਕਦੇ ਹੋ। ਤੁਹਾਨੂੰ ਸਟੂਡੈਂਟਸ ਇੱਥੇ ਆਫ ਕਹਿਣ ਦੀ ਲੋੜ ਨਹੀਂ, ਤੇ ਇਹੀ ਸਟਰਕਚਰ ਦੀ ਖੂਬਸੂਰਤੀ ਹੈ। ਬਸ ਸੋਹਣੇ ਲੱਗੋਗੇ ਬੋਲਦੇ ਹੋਏ। ਇਟਸ ਨੋ ਯੂਜ਼ ਕਹਿ ਕੇ ਸਿੱਧੀ ਵਰਬ ਦੀ ਫਸਟ ਫਾਰਮ ਦੇ ਨਾਲ ਆਈਐਨਜੀ। ਜਿਵੇਂ ਉਹਨੂੰ ਝਿੜਕਣ ਦਾ ਕੋਈ ਫਾਇਦਾ ਨਹੀਂ, ਆਓ ਆਪਾਂ ਯੂਜ਼ ਕਰੀਏ ਇਟਸ ਨੋ ਯੂਜ਼। ਝਿੜਕਣ ਦੀ ਕਾਫੀ ਇੰਗਲਿਸ਼ ਨੇ, ਚਲੋ ਆਪਾਂ ਪਹਿਲਾ ਵਰਡ ਲਿਖ ਲਿਆ ਸਕੋਲਡ। ਸਕੋਲਡ ਨਾਲ ਆਈਐਨਜੀ ਲਗਾਤੀ, ਇਟਸ ਨੋ ਯੂਜ਼ ਸਕੋਲਡਿੰਗ ਹਿਮ। ਸਕੋਲਡ ਮੀਨਸ ਝਿੜਕਣਾ। ਝਿੜਕਣ ਦੇ ਲਈ ਦੂਸਰਾ ਵਰਡ ਨੋਟ ਕਰ ਲਓ ਸਟੂਡੈਂਟਸ, ਰਿਬਿਊਕ ਹੁੰਦਾ, REBUKE। ਇੱਕ ਹੋਰ ਵਰਡ ਨੋਟ ਕਰ ਲਓ, ਰੈਪਰੀਮੈਂਡ, REPRIMAND। ਕਾਫੀ ਹੁੰਦੇ ਨੇ, ਮੈਂ ਮੇਨ ਦੱਸ ਦਿੱਤੇ। ਤਾਂ ਇੱਥੇ ਆਪਾਂ ਇਹ ਵੀ ਕਹਿ ਸਕਦੇ ਸੀ ਇਟਸ ਨੋ ਯੂਜ਼ ਰਿਬਿਊਕਿੰਗ ਹਿਮ। ਤਾਂ ਇਹ ਸਟਰਕਚਰ ਕਿੰਨੀ ਸੋਹਣੀ ਸਟਰਕਚਰ ਬਣ ਗਈ ਸਟੂਡੈਂਟਸ, ਇਟਸ ਨੋ ਯੂਜ਼ ਰਿਬਿਊਕਿੰਗ ਹਿਮ। ਜਾਂ ਆਪਾਂ ਇਹ ਵੀ ਕਹਿ ਸਕਦੇ ਹਾਂ ਇਟਸ ਨੋ ਯੂਜ਼ ਰੈਪਰੀਮੈਂਡਿੰਗ ਹਿਮ।
It's no use reprimanding him. The it's no use means ਇਹਦਾ ਕੋਈ ਫਾਇਦਾ ਨਹੀਂ ਹੈ। ਓਕੇ ਸਟੂਡੈਂਟਸ, ਕੁਝ ਐਗਜ਼ਾਮਪਲਸ ਸੁਣੋ। ਮੰਨ ਲਓ ਆਪਾਂ ਕਹਿਣਾ ਹੋਵੇ ਇੱਥੇ ਬੈਠਣ ਦਾ ਕੋਈ ਫਾਇਦਾ ਨਹੀਂ, ਇਟਸ ਨੋ ਯੂਜ਼ ਸਿਟਿੰਗ ਹੇਅਰ। ਉੱਥੇ ਜਾਣ ਦਾ ਕੋਈ ਫਾਇਦਾ ਨਹੀਂ, ਇਟਸ ਨੋ ਯੂਜ਼ ਗੋਇੰਗ देयर। ਨੱਚਣ ਦਾ ਕੋਈ ਫਾਇਦਾ ਨਹੀਂ, ਇਟਸ ਨੋ ਯੂਜ਼ ਡਾਂਸਿੰਗ। ਆਰਾਮ ਕਰਨ ਦਾ ਕੋਈ ਫਾਇਦਾ ਨਹੀਂ, ਇਟਸ ਨੋ ਯੂਜ਼ ਟੇਕਿੰਗ ਰੈਸਟ। ਸੋ ਇਟਸ ਨੋ ਯੂਜ਼ ਤੋਂ ਬਾਅਦ ਆਪਾਂ ਕੀ ਲਗਾਵਾਂਗੇ ਸਟੂਡੈਂਟਸ? ING। And thank you very much.